ਲਗਾਤਾਰ ਇੱਕ ਟੱਕ ਸਤਿਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ। ਭਾਵੇਂ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਉਹ ਕੁੜਮ ਲੱਗਦੇ ਸਨ, ਭਾਵੇਂ ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੇ ਸਨ। ਇੱਕ ਵਾਰ ਬੀਬੀ ਅਮਰੋ ਜੀ ਸਹੁਰੇ ਘਰ ਦੇ ਅੰਦਰ ਬਾਣੀ ਪੜ੍ਹ ਰਹੇ ਸਨ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੰਨੀ ਪਈ, ਹਜੇ ਗੁਰੂ ਨਹੀਂ ਸੀ ਬਣੇ। ਉਸ ਮਹਾਰਾਜ ਜੀ ਦੇ ਕੰਨੀ ਉਹ ਬਾਣੀ ਪਈ ਧੰਨ ਗੁਰੂ ਨਾਨਕ ਦੇਵ ਜੀ ਦੀ, ਤੇ ਸ੍ਰੀ ਅਮਰਦਾਸ ਜੀ ਨੇ ਬੀਬੀ ਅਮਰ ਜੀ ਨੂੰ ਪੁੱਛਿਆ ਕਿ ਇਹ ਬਾਣੀ ਕਿਹਨਾਂ ਦੀ ਹੈ, ਤੇ ਉਹਨਾਂ ਨੇ ਦੱਸਿਆ ਕਿ ਇਹ ਮੇਰੇ ਗੁਰਦੇਵ ਦੀ ਬਾਣੀ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਸ੍ਰੀ ਅਮਰਦਾਸ ਜੀ ਕਹਿੰਦੇ ਕਿ ਇਹਨਾਂ ਦੇ ਦਰਸ਼ਨ ਮੇਰੇ ਮਨ ਦੇ ਵਿੱਚ ਚਾਹਨਾ ਆਈ ਹੈ ਕਿ ਇਹਨਾਂ ਦੇ ਦਰਸ਼ਨ ਕਰਾਂ। ਕਹਿੰਦੇ ਕਿ ਉਹ ਤਾਂ ਹਜੇ ਗੁਰਤਾ ਗੱਦੀ ਤੇ ਹੁਣ ਨਹੀਂ ਹਨ, ਮੇਰੇ ਪਿਤਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਹੁਣ ਗੁਰੂ ਹਨ। ਉਹ ਕਹਿੰਦੇ ਉਹ ਕਿੱਥੇ ਰਹਿੰਦੇ ਨੇ? ਕਹਿੰਦੇ ਉਹ ਖਡੂਰ ਵਿੱਚ ਰਹਿੰਦੇ ਨੇ, ਪਰ ਮੈਨੂੰ ਆਗਿਆ ਨਹੀਂ ਜਾਣ ਦੀ। ਕਹਿੰਦੇ ਜਦੋਂ ਉਹ ਆਗਿਆ ਦੇਣਗੇ ਫਿਰ ਹੀ ਮੈਂ ਜਾ ਸਕਦੀ ਹਾਂ। ਕਹਿੰਦੇ ਤੁਸੀਂ ਏਦਾਂ ਚਿੰਤਾ ਨਾ ਕਰੋ, ਤੁਸੀਂ ਕਹੋ ਜੇ ਮੈਨੂੰ ਲੈ ਕੇ ਜਾਓ ਖਡੂਰ, ਤੇ ਜੇ ਪੁੱਛਣਗੇ ਤੇ ਕਹੋ ਕਿ ਸ੍ਰੀ ਅਮਰਦਾਸ ਆਪ ਤੁਹਾਡੇ ਦਰਸ਼ਨ ਦੀ ਅਭਿਲਾਖਾ ਚਾਹੁੰਦੇ ਸਨ। ਜਦ ਉੱਥੇ ਪਹੁੰਚੇ ਧੰਨ ਗੁਰੂ ਸ੍ਰੀ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਦੇ ਹੀ ਬਣ ਕੇ ਰਹਿ ਗਏ। ਉਸ ਤੋਂ ਬਾਅਦ ਮੇਰੇ ਸਤਿਗੁਰੂ ਜੀ ਘਰੇ ਨਹੀਂ ਗਏ, ਉੱਤੇ ਹੀ ਖਡੂਰ 'ਚ ਰਹੇ ਤੇ 12 ਸਾਲ ਇੱਕ ਟੱਕ ਮਹਾਰਾਜ ਜੀ ਨੇ ਸੇਵਾ ਕੀਤੀ। ਗਾਗਰ ਦੀ ਸੇਵਾ ਪ੍ਰਚਲਿਤ ਸਾਖੀ ਹੈ। ਜਿਸ ਤਰ੍ਹਾਂ ਮੇਰੇ ਸਤਿਗੁਰੂ ਜੀ ਮਹਾਰਾਜ ਖਡੂਰ ਤੋਂ ਚੱਲਦੇ ਹੁੰਦੇ ਸਨ, ਸਵੇਰ ਦੇ ਅੰਮ੍ਰਿਤ ਵੇਲੇ ਸਭ ਪਹਿਰ ਰਾਤ ਰਹਿੰਦੀ ਮੇਰੇ ਸਤਿਗੁਰੂ ਜੀ ਉੱਠ ਖੜਦੇ, ਤੇ ਉਸ ਤੋਂ ਪਹਿਲਾਂ ਹੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਰਾਵੀ ਤੇ ਬਿਆਸਾ ਨਦੀ ਤੋਂ ਜਲ ਲੈਣ ਵਾਸਤੇ ਜਾਂਦੇ ਸਨ। ਉੱਥੋਂ ਜਲ ਭਰ ਕੇ ਗਾਗਰ ਭਰ ਕਰਕੇ 12 ਕਿਲੋਮੀਟਰ ਤੁਰ ਕੇ ਜਾਣਾ। ਰਾਤ ਦੇ ਵਿੱਚ ਉਸ ਵਕਤ ਕੋਈ ਇਸ ਤਰ੍ਹਾਂ ਦੇ ਕੋਈ ਬਿਜਲੀ ਨਹੀਂ ਸਨ ਜਿਸ ਤਰ੍ਹਾਂ ਅੱਜ ਕੱਲ੍ਹ ਹੈ। ਰਾਤ ਇਹ ਹਨੇਰੀ ਦੇ ਵਿੱਚ ਕਈ ਵਾਰੀ ਝੱਖੜ ਚੱਲਦੇ, ਮੀਂਹ ਪੈਂਦਾ। ਇਸ ਤਰ੍ਹਾਂ ਮਹਾਰਾਜ ਜੀ ਸ੍ਰੀ ਅਮਰਦਾਸ ਜੀ ਮਹਾਰਾਜ ਚੱਲਦੇ ਤੇ ਗਾਗਰ ਢੋ ਕਰਕੇ ਜਲ ਲਿਆਉਂਦੇ ਮੇਰੇ ਸਤਿਗੁਰੂ ਜੀ ਦੇ ਇਸ਼ਨਾਨ ਵਾਸਤੇ। ਲੰਗਰ ਦੇ ਵਿੱਚ ਸੇਵਾ ਕਰਨੀ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕਰਨੀ, ਇਤਨੀ ਕਰੜੀ ਸੇਵਾ ਕਰਨੀ। ਤੇ ਹਰ ਇੱਕ ਸਾਲ ਪਿੱਛੋਂ ਮੇਰੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਅਮਰਦਾਸ ਜੀ ਨੂੰ ਸਰੋਪਾ ਪੇਸ਼ ਕਰਦੇ। ਉਹ ਸਰੋਪਾ ਮੇਰੇ ਸ੍ਰੀ ਅਮਰਦਾਸ ਜੀ ਮਹਾਰਾਜ ਆਪਣੇ ਸਿਰ ਤੇ ਸੀਸ ਤੇ ਸਜਾਉਂਦੇ, ਤੇ ਅਖੀਰ ਦੇ 12 ਸਾਲਾਂ ਬਾਅਦ ਉਹ 12ਵੇਂ ਸਾਲ ਦੇ ਵਿੱਚ ਮੇਰੇ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ। ਇਤਨੀ ਸੇਵਾ ਕਰਕੇ ਹੀ ਮੇਰੇ ਸਤਿਗੁਰੂ ਜੀ ਨੂੰ ਸੇਵਾ ਬਖਸ਼ਿਸ਼ ਗਈ ਹੈ, ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਬਚਨਾ ਹੋਏ ਕਿ ਤੁਸੀਂ ਹੁਣ ਗੋਇੰਦਵਾਲ ਸਾਹਿਬ ਜਾ ਕਰਕੇ ਉਸ ਧਰਤੀ ਤੇ ਜਾ ਕਰਕੇ ਇੱਥੇ ਇੱਕ ਭੂਤ ਪ੍ਰੇਤ ਦਾ ਵਾਸਾ ਸੀ, ਕਿਸੇ ਦਾ ਇਹ ਘਰ ਹੁੰਦਾ ਸੀ, ਤੇ ਉਹਨਾਂ ਨੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਚਨ ਕੀਤੇ ਕਿ ਮੈਂ ਉੱਥੇ ਰਹਿ ਨਹੀਂ ਸਕਦਾ, ਤੁਸੀਂ ਉੱਥੇ ਜਾ ਕਰਕੇ ਜਾਂ ਗੁਰਸਿੱਖਾਂ ਨੂੰ ਭੇਜ ਕਰਕੇ ਉੱਥੇ ਦਾ ਜੋ ਵਾਤਾਵਰਨ ਹੈ ਉਸ ਨੂੰ ਠੀਕ ਕਰੋ, ਉਸ ਨੂੰ ਨਿਰਮਲ ਕਰੋ। ਉੱਥੇ ਦਾ ਭੂਤ ਪ੍ਰੇਤ ਦਾ ਵਾਸਾ ਹੈ। ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੂੰ ਭੇਜਣਾ ਕੀਤਾ ਤੇ ਗੁਰਤਾ ਗੱਦੀ ਜਦੋਂ ਬਖਸ਼ਿਸ਼ ਕੀਤੀ, ਫਿਰ ਉੱਥੇ ਮਹਾਰਾਜ ਜੀ ਨੇ ਬਚਨ ਕੀਤੇ ਕਿ ਹੁਣ ਖਡੂਰ ਨਹੀਂ ਰਹਿਣਾ, ਮੇਰੇ ਪੁੱਤਰ ਸਾਹਿਬਜ਼ਾਦੇ ਦਾਤੋ ਤੇ ਦਾਸੋ ਤੁਹਾਡੇ ਨਾਲ ਈਰਖਾ ਕਰਨਗੇ, ਤੁਸੀਂ ਹੁਣ ਗੋਇੰਦਵਾਲ ਸਾਹਿਬ ਜਾ ਕਰਕੇ ਆਪਣਾ ਵਾਸਾ ਕਰੋ, ਉੱਥੇ ਹੀ ਆਪਣਾ ਤੀਰਥ ਸਥਾਨ ਬਣਾਓ। ਮੇਰੇ ਸਤਿਗੁਰੂ ਜੀ ਮਹਾਰਾਜ ਜੀ ਨੇ ਫਿਰ ਗੋਇੰਦਵਾਲ ਸਾਹਿਬ ਜਾ ਕਰਕੇ ਰਹਿਣਾ ਕੀਤਾ। ਉੱਥੇ ਮਹਾਰਾਜ ਜੀ ਨੇ ਬੋਲੀ ਸਾਹਿਬ ਦੀ ਰਚਨਾ ਕੀਤੀ, ਭਾਵ ਕਿ ਇੱਕ ਖੂਹ ਬਣਾਇਆ ਜਿੱਥੇ ਪੌੜੀਆਂ ਚੜ੍ਹਦੀਆਂ ਨੇ। ਬੋਲੀ ਦਾ ਮਤਲਬ ਹੈ ਜਿੱਥੇ ਪੌੜੀਆਂ ਚੜ੍ਹਦੀਆਂ ਨੇ। ਖੂਹ ਤਾਂ ਹੁੰਦਾ ਹੈ ਜਿੱਥੇ ਖੂਹ ਤੋਂ ਅਸੀਂ ਆਪਣੇ ਕੋਈ ਬਾਲਟੀ ਤੋਂ ਅਤੇ ਆਦਿਕ ਤੋਂ ਢੋਲ ਤੋਂ ਅਸੀਂ ਪਾਣੀ ਭਰਦੇ ਹਾਂ, ਪਰ ਬੋਲੀ ਦਾ ਮਤਲਬ ਹੈ ਜਿੱਥੇ ਪੌੜੀਆਂ ਚੜ੍ਹਦੇ ਨੇ। ਬੋਲੀ ਦਾ ਮਤਲਬ ਹੈ ਕਿ ਜਿੱਥੇ ਪੌੜੀਆਂ ਥੱਲੇ ਨੂੰ ਚੜ੍ਹ ਕਰਕੇ ਅਸੀਂ ਫਿਰ ਪਾਣੀ ਭਰ ਕੇ ਫਿਰ ਉੱਤੇ ਆਉਣਾ ਪੌੜੀਆਂ ਉੱਤੇ। ਇੱਥੇ ਮਹਾਰਾਜ ਨੇ 84 ਪੌੜੀਆਂ ਬਣਾਈਆਂ। ਫਿਰ ਇੱਥੇ ਦੀ ਮਹਾਨਤਾ ਦੱਸੀ ਕਿ ਜਿਹੜਾ ਸਿੱਖ ਇੱਥੇ ਆਵੇਗਾ ਤੇ ਜਪਜੀ ਸਾਹਿਬ ਦਾ ਪਾਠ ਹਰ ਇੱਕ ਪੌੜੀ ਤੇ ਕਰੇਗਾ ਤੇ ਇਸ਼ਨਾਨ ਕਰੇਗਾ, ਇੱਕ ਪੌੜੀ ਤੇ ਜਾਂ ਪਾਠ ਕਰਕੇ ਇਸ਼ਨਾਨ ਕਰੇਗਾ ਤੇ 84 ਵਾਰ ਇਹ ਕਰੇਗਾ 84 ਪੌੜੀਆਂ ਤੇ, ਉਹ ਜੀਵਨ ਮੁਕਤ ਹੋ ਜਾਵੇਗਾ। ਇਹ 84 ਲੱਖ ਜੂਨ ਤੋਂ ਛੁਟਕਾਰਾ ਪਾ ਜਾਵੇਗਾ। ਇਸੇ ਮੇਰੇ ਦੀਨ ਦੁਨੀ ਦੇ ਮਾਲਕ ਸਤਿਗੁਰੂ ਗੋਇੰਦਵਾਲ ਸਾਹਿਬ ਦੇ ਵਿੱਚ ਕਈ ਕੋਤਕ ਮਹਾਰਾਜ ਜੀ ਨੇ ਰਚੇ। ਮੇਰੇ ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ 4 ਸਤਿਗੁਰੂ ਜੀ ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਅਤੇ 2 ਸਾਹਿਬਜ਼ਾਦੀਆਂ ਹੋਈਆਂ। ਇੱਥੇ ਮਹਾਰਾਜ ਜੀ ਦੇ ਸਤਿਗੁਰੂ ਜੀ ਮਹਾਰਾਜ ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਹੋਏ।
ਅਤੇ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਹੋਏ। ਬੀਬੀ ਭਾਨੀ ਜੀ ਖਾਸ ਕਰਕੇ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਰਹਿੰਦੇ। ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਬੀਬੀ ਭਾਨੀ ਜੀ ਖੁਸ਼ ਹੋ ਕੇ ਕਰਦੇ ਸਨ। ਤੇ ਇੱਕ ਵਾਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮੰਜੇ ਤੇ ਆਪਣੇ ਤਖਤ ਤੇ ਵਿਰਾਜਮਾਨ ਸਨ। ਬਿਰਧ ਅਵਸਥਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ। ਤੇ ਬੀਬੀ ਭਾਨੀ ਜੀ ਨੂੰ ਹਦਾਇਤ ਸੀ, ਹੁਕਮ ਸੀ ਕਿ ਕੋਈ ਵੀ ਬੱਚਾ, ਕੋਈ ਵੀ ਸਿੱਖ ਮੇਰੇ ਨੇੜੇ ਨਾ ਆਵੇ ਜਦ ਮੈਂ ਸਮਾਧੀ ਵਿੱਚ ਲੀਨ ਹੁੰਦਾ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜਦੋਂ ਅਸੀਂ ਸਮਾਧੀ ਵਿੱਚ ਹੁੰਦੇ ਹਾਂ ਉਦੋਂ ਕੋਈ ਸਾਡੇ ਕੋਲ ਨਾ ਆਵੇ। ਬੀਬੀ ਭਾਨੀ ਜੀ ਦਾ ਵਿਵਾਹ ਜੋ ਹੈ ਸ੍ਰੀ ਰਾਮਦਾਸ ਜੀ ਦੇ ਨਾਲ ਹੋਇਆ ਸੀ ਅਤੇ ਉਹਨਾਂ ਦੇ ਘਰ 3 ਸਾਹਿਬਜ਼ਾਦੇ ਹੋਏ, ਪ੍ਰਿਥੀ ਚੰਦ, ਮਹਾਦੇਵ ਅਤੇ ਸ੍ਰੀ ਅਰਜਨ ਦੇਵ। ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਅਵਤਾਰਨ ਹੋ ਚੁੱਕਾ ਸੀ। ਹਜੇ ਬਾਲਕ ਅਵਸਥਾ ਵਿੱਚ ਹੀ ਸਨ, ਰੁੜਦੇ ਸਨ, ਹਜੇ ਤੁਰਿਆ ਨਹੀਂ ਸੀ ਜਾਂਦਾ, ਹਜੇ ਰੁੜਦੇ ਹੀ ਸਨ। ਮੇਰੇ ਸਤਿਗੁਰੂ ਜੀ ਪਲੰਗ ਤੇ ਬਿਰਾਜਮਾਨ ਸਨ। ਬੀਬੀ ਭਾਨੀ ਜੀ ਸੇਵਾ ਕਰ ਰਹੇ ਸਨ ਤੇ ਸ੍ਰੀ ਅਰਜਨ ਦੇਵ ਨੇ ਵੇਖਿਆ ਉਹਨਾਂ ਬਾਲ ਅਵਸਥਾ ਦੇ ਵਿੱਚ ਰੁੜਦੇ ਸ੍ਰੀ ਅਰਜਨ ਦੇਵ ਦੇ ਮੰਜੇ ਤੇ ਜਾ ਖਲੋਤੇ। ਮੰਜੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਸਤਿਗੁਰੂ ਸਮਾਧੀ ਵਿੱਚ ਲੀਨ ਸਨ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨ ਵਿੱਚ ਸੋਚਿਆ ਕਿ ਮੇਰੇ ਮੰਜੇ ਤੇ ਕੋਈ ਖਲੋਤਾ ਹੈ। ਜਦੋਂ ਸਤਿਗੁਰੂ ਜੀ ਮਹਾਰਾਜ ਸਮਾਧੀ ਤੋਂ ਉਥਾਨ ਹੋਏ ਉੱਠੇ ਤੇ ਕੀ ਵੇਖਿਆ ਕਿ ਸ੍ਰੀ ਅਰਜਨ ਦੇਵ ਮੰਜੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਕਤ ਬੀਬੀ ਭਾਨੀ ਜੀ ਨੇ ਉਸ ਵਕਤ ਦਰਬ ਕਰਕੇ ਇੱਕਦਮ ਹੀ ਉਹ ਸਤਿਗੁਰੂ ਜੀ ਮਹਾਰਾਜ ਜੀ ਕੋ ਜਾ ਵੜੇ, ਉੱਥੇ ਜਾ ਖਲੋਤੇ ਤੇ ਸ੍ਰੀ ਅਰਜਨ ਦੇਵ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਦੋਂ ਕੋਸ਼ਿਸ਼ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਹਾ ਕਿ ਬੀਬਾ ਬੇਟੀ ਇਹਨਾਂ ਨੂੰ ਨਾ ਫੜੋ, ਇਹਨਾਂ ਨੂੰ ਛੱਡ ਦਿਓ। ਅੱਜ ਇਹ ਹੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਹਜੇ ਇਹ ਛੋਟਾ ਹੈ, ਹਜੇ ਇਹਦੀ ਅਵਸਥਾ ਨਹੀਂ ਹੈ, ਪਰ ਇੱਕ ਸਮਾਂ ਆਵੇਗਾ ਇਹ ਵੱਡੇ ਵੱਡੇ ਕੰਮ ਕਰਨਗੇ। ਇਸੇ ਹੀ ਬਚਨ ਮੇਰੇ ਸਤਿਗੁਰੂ ਜੀ ਨੇ ਕਹੇ ਤੇ ਹੋਰ ਵੀ ਬਚਨ ਮੇਰੇ ਸਤਿਗੁਰੂ ਜੀ ਨੇ ਕਹੇ। ਜਦ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਅਰਜਨ ਦੇਵ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਕੀ ਵੇਖਦੇ ਨੇ ਕਿ ਸ੍ਰੀ ਅਰਜਨ ਦੇਵ ਜੀ ਦਾ ਸਰੀਰ ਭਾਰਾ ਹੈ। ਉਹਨਾਂ ਦਾ ਸਰੀਰ ਭਾਵੇਂ ਛੋਟਾ ਬਾਲਕ ਦਾ ਇਤਨਾ ਭਾਰਾ ਨਹੀਂ ਹੁੰਦਾ, ਪਰ ਸ੍ਰੀ ਅਰਜਨ ਦੇਵ ਜੀ ਦਾ ਸਰੀਰ ਭਾਰਾ ਹੋ ਗਿਆ। ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਸ੍ਰੀ ਅਰਜਨ ਦੇਵ ਨੇ ਵੱਡੇ ਕੰਮ ਕਰਨੇ ਹਨ, ਇਹਨਾਂ ਨੇ ਉਹ ਕੰਮ ਕਰਨੇ ਹਨ ਜੋ ਅਸਾਂ ਨੇ ਹਜੇ ਨਹੀਂ ਕੀਤੇ, ਇਹਨਾਂ ਦੇ ਉੱਤੇ ਬਹੁਤ ਭਾਰ ਹੈ। ਫਿਰ ਇਹਨਾਂ ਨੇ ਬਚਨ ਕੀਤੇ ਕਿ ਦੋਹੇ ਥਾ ਬਾਣੀ ਕਾ ਬੋਹਿ ਥਾ, ਕਿ ਇਹ ਜਿਹੜੇ ਸਾਡੇ ਦੋਹਤੇ ਨੇ ਸ੍ਰੀ ਅਰਜਨ ਦੇਵ, ਇਹ ਬਾਣੀ ਦੇ ਜਹਾਜ਼ ਹੋਣਗੇ, ਭਾਵ ਕਿ ਬਾਣੀ ਨੂੰ ਰਚਣਗੇ। ਬਹੁਤ ਸਾਰੀ ਬਾਣੀ ਆਪ ਇਹ ਸ੍ਰੀ ਅਰਜਨ ਦੇਵ ਜੀ ਰਚਣਗੇ ਤੇ ਬਾਣੀ ਦਾ ਸਰੂਪ ਬਣਾਉਣਗੇ। ਇਹ ਵੀ ਬਚਨ ਮੇਰੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕੀਤੇ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਨੂੰ ਕਿਹਾ ਕਿ ਤੁਸੀਂ ਵੀ ਕੁਝ ਮੰਗ ਲਵੋ। ਤੇ ਸ੍ਰੀ ਗੁਰੂ ਅਮਰਦਾਸ ਜੀ ਤੋਂ ਵੀ ਭਾਨੀ ਜੀ ਨੇ ਕਿਹਾ ਕਿ ਜਿਹੜੀ ਇਹ ਗੁਰਗੱਦੀ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਸਾਡੇ ਵੰਸ਼ ਦੇ ਵਿੱਚ, ਇਹ ਸਾਡੇ ਘਰਾਣੇ ਦੇ ਵਿੱਚ, ਕੁਲ ਦੇ ਵਿੱਚ ਰਹੇ। ਮੇਰੇ ਸਤਿਗੁਰੂ ਜੀ ਕਹਿੰਦੇ ਕਿ ਤੁਸਾਂ ਨੇ ਇਹ ਚੱਲਦਾ ਵਹਾਅ ਜੋ ਹੈ, ਚੱਲਦਾ ਪਾਣੀ ਨੂੰ ਰੋਕ ਲਿਆ। ਭਾਵ ਕਿ ਜਿਸ ਤਰ੍ਹਾਂ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਭਾਵੇਂ ਲੈਣੇ ਜੀ ਪਰਖ ਕਰਕੇ ਹੀ ਗੁਰਤੱਕ ਦੀ ਬਖਸ਼ੀ, ਭਾਵੇਂ ਉਹਨਾਂ ਦੇ 2 ਸਾਹਿਬਜ਼ਾਦੇ ਸ੍ਰੀ ਚੰਦ ਦੇ ਲਖਮੀ ਦਾਸ ਵੀ ਸਨ, ਪਰ ਉਹ ਪਰਖਾਂ ਤੋਂ ਉੱਤਰ ਨਹੀਂ ਆ ਸਕੇ ਤੇ ਸ੍ਰੀ ਭਾਈ ਲਹਿਣਾ ਜੀ ਨੂੰ ਉਹਨਾਂ ਨੇ ਗੁਰੂ ਅੰਗਦ ਬਣਾ ਕੇ ਗੁਰਤੱਕ ਦੀ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਮੇਰੇ ਵੱਡੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਮਹਾਰਾਜ ਜੀ ਨੇ ਗੁਰਤੱਕ ਦੀ ਬਖਸ਼ਿਸ਼ ਕੀਤੀ ਹੈ। ਇਹ ਚੱਲਦਾ ਵਹਾਅ ਹੈ, ਇਸ ਨੂੰ ਵਿੱਚ ਰੋਕ ਨਹੀਂ ਸਕਦੇ। ਇਹ ਕੋਈ ਆਪਣੀ ਮਾਲੀ ਸਾਡੀ ਜਾਇਦਾਦ ਨਹੀਂ ਹੈ, ਪਰ ਕਹਿੰਦੇ ਕਿ ਤੁਸਾਂ ਨੇ ਇਹ ਮੰਗ ਮੰਗੀ ਹੈ, ਤੁਸਾਂ ਨੇ ਸਾਡੀ ਸੇਵਾ ਕੀਤੀ ਹੈ, ਇਸ ਮੰਗ ਨੂੰ ਅਸੀਂ ਪੂਰੀ ਕਰਦੇ ਹਾਂ। ਇਹ ਸ੍ਰੀ ਅਰਜਨ ਦੇਵ ਜੀ ਗੁਰੂ ਬਣਨਗੇ, ਭਾਵ ਕਿ ਤੁਹਾਡੇ ਪਤੀ ਗੁਰੂ ਬਣਨਗੇ, ਸ੍ਰੀ ਰਾਮਦਾਸ ਗੁਰੂ ਬਣਨਗੇ, ਫਿਰ ਇਹ ਸ੍ਰੀ ਅਰਜਨ ਦੇਵ ਗੁਰੂ ਬਣਨਗੇ, ਫਿਰ ਤੁਹਾਡੇ ਪੋਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਬਣਨਗੇ, ਫਿਰ ਪੜਪੋਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਇਤਿਹਾਸ ਤੇ ਤੁਹਾਡੇ ਘਰਾਣੇ ਦੇ ਵਿੱਚ, ਕੁਲ ਦੇ ਵਿੱਚ ਗੁਰੂ ਬਣਨਗੇ। ਪਰ ਜੇ ਵੇਖੀਏ ਕਿ ਇਹ ਚੱਲਦਾ ਵਹਾਅ ਸੀ, ਇਹਦੇ ਵਿੱਚ ਕਈ ਸ਼ਹਾਦਤਾਂ ਵੀ ਦੇਣੀਆਂ ਪੈਣੀਆਂ ਨੇ,
ਕਈ ਮੁਸੀਬਤਾਂ ਦਾ ਤੁਹਾਨੂੰ ਸਾਹਮਣਾ ਵੀ ਕਰਨਾ ਪੈਣਾ। ਬੀਬੀ ਭਾਨੀ ਜੀ ਖੁਸ਼ ਹੋਏ ਤੇ ਕਹਿੰਦੇ ਇਹ ਵੀ ਸੇਵਾ ਸਾਡੇ ਲਿਖੇ ਮਿਲ ਗਈ, ਇਹ ਵੀ ਧਨ ਹੈ। ਅਸੀਂ ਧਨ ਹੋ ਗਏ ਸਤਿਗੁਰੂ ਜੀ ਮਹਾਰਾਜ। ਦੇਖੋ ਇੱਕ ਬੀਬੀ ਜੀ ਭਾਵ ਅੱਜ ਕੱਲ੍ਹ ਅਸੀਂ ਹੋ ਕੇ ਬੱਚੇ ਦੇ ਮਾਵਾਂ ਹੋ ਕੇ ਬੱਚੇ ਦੇ ਅਸੀਂ ਸਾਡੇ ਬੱਚੇ ਨੇ ਤੇ ਅਸੀਂ ਕੀ ਸੋਚਦੇ ਹਾਂ ਬੱਚਿਆਂ ਵਾਸਤੇ? ਕਦੇ ਵੀ ਸੋਚਿਆ ਹੈ ਕਿ ਸਾਡਾ ਬੱਚਾ ਕੋਈ ਅਸੀਂ ਉਹਨਾਂ ਨੂੰ ਗੁਰੂ ਦੇ ਗੁਰਮਤਿ ਦੇ ਹਿਸਾਬ ਦੇ ਨਾਲ ਗੁਰਮਤਿ ਦੇ ਅਸੀਂ ਗੁਰੂ ਦੇ ਰਾਹ ਤੇ ਅਸੀਂ ਚਲਾਈਏ, ਅੰਮ੍ਰਿਤ ਛਕਾਈਏ ਬੱਚੇ ਨੂੰ, ਅਸੀਂ ਇਹਨੂੰ ਸੰਤ ਬਣਾਈਏ, ਅਸੀਂ ਇਹਨੂੰ ਸਿਪਾਹੀ ਬਣਾਈਏ, ਅਸੀਂ ਗੁਰੂ ਦੇ ਲੇਖੇ ਲਾਈਏ ਬੱਚੇ ਨੂੰ? ਜਾਂ ਸਾਡੇ ਮਨ ਦੇ ਵਿੱਚ ਇਹ ਸਾਡੇ ਵਿੱਚ ਤ੍ਰਿਸ਼ਨਾ ਹੈ ਕਿ ਇਸ ਨੂੰ ਅਸੀਂ ਪੜ੍ਹਾ ਲਿਖਾ ਕੇ ਇਸ ਦੁਨੀਆ ਦੇ ਵਿੱਚ ਇਹਦਾ ਨਾਮ ਵੱਡਾ ਕਰੀਏ, ਪਰ ਗੁਰਮਤਿ ਦੇ ਵਿੱਚ ਗੁਰੂ ਘਰ ਦੇ ਵਿੱਚ ਇਸ ਦਾ ਮੁਖ ਉਜਲ ਨਾ ਕਰੀਏ। ਜਦੋਂ ਸਾਡੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਤੇ ਅਸੀਂ ਬੱਚੇ ਦਾ ਜਨਮ ਸਾਡੇ ਇੱਕ ਸੇਵਾ ਹੁੰਦੀ ਹੈ। ਸੇਵਾ ਕਰਕੇ ਸਾਨੂੰ ਸੇਵਾ ਮਿਲਦੀ ਹੈ, ਨਾ ਕਿ ਇਹ ਸਾਡੀ ਮਾਲੀ ਜਾਇਦਾਦ ਹੈ ਜਾਂ ਸਾਡਾ ਕੋਈ ਇਹ ਸਾਡਾ ਹੈ। ਇਸ ਜੋ ਇਹ ਪ੍ਰਪੰਚ ਤੋਂ ਵੇਖਦੇ ਹਾਂ, ਇਹ ਪ੍ਰਪੰਚ ਝੂਠਾ ਹੈ, ਇਹ ਦੁਨੀਆ ਝੂਠੀ ਹੈ, ਇਹ ਰਹਿਣ ਵਾਲਾ ਨਹੀਂ ਹੈ। ਬੀਬੀ ਭਾਨੀ ਜੀ ਨੇ ਭਾਵੇਂ ਉਹਨਾਂ ਨੇ ਇਹ ਬਚਨ ਸੁਣੇ ਕਿ ਤੁਹਾਨੂੰ ਸ਼ਹਾਦਤਾਂ ਵੀ ਸਾਹਮਣੇ ਕਰਨੀਆਂ ਪੈਣਗੇ, ਤੁਹਾਨੂੰ ਕਈ ਕੁਝ ਦਾ ਸਾਹਮਣਾ ਕਰਨਾ ਪਵੇਗਾ, ਪਰ ਫਿਰ ਵੀ ਬੀਬੀ ਭਾਨੀ ਜੀ ਖੁਸ਼ ਹੋ ਕੇ ਇੱਕ ਤਾਂ ਆਪਣੇ ਗੁਰੂ ਦੇ ਭਾਵ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਨੇ, ਫਿਰ ਬੀਬੀ ਭਾਨੀ ਜੀ ਆਪਣੇ ਪਤੀ ਜੀ ਦੇ ਨਾਲ ਸੇਵਾ ਕਰਦੇ ਰਹੇ। ਫਿਰ ਆਪਣੇ ਜਦੋਂ ਪੁੱਤਰ ਗੁਰੂ ਬਣੇ ਫਿਰ ਉਹਨਾਂ ਨੇ ਪੁੱਤਰ ਦੀ ਸੇਵਾ ਕੀਤੀ। ਦੇਖੋ ਬੀਬੀ ਭਾਨੀ ਜੀ ਕਿਤਨੇ ਧਨ ਹਨ। ਉਹਨਾਂ ਦੇ ਪਿਤਾ ਜੀ ਵੀ ਗੁਰੂ, ਪਤੀ ਵੀ ਗੁਰੂ, ਬੇਟੇ ਵੀ ਗੁਰੂ, ਪੋਤੇ ਵੀ ਗੁਰੂ, ਪੜਪੋਤੇ ਵੀ ਗੁਰੂ, ਸ਼ਹੀਦ ਵੀ ਹੋਏ। ਇਸੇ ਧੰਨ ਬੀਬੀ ਭਾਨੀ ਜੀ ਨੇ ਫਿਰ ਇਹ ਬਚਨ ਧੰਨ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉੱਤੇ ਕਈ ਬਖਸ਼ਿਸ਼ਾਂ ਕੀਤੀਆਂ। ਧੰਨ ਗੁਰੂ ਰਾਮਦਾਸ ਜੀ ਦਾ ਸਮਾਂ ਆਇਆ। ਇੱਕ ਵਾਰ ਦੀ ਗੱਲ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਛੋਟੇ ਸਨ, ਉਹਨਾਂ ਦੇ ਵੱਡੇ ਪ੍ਰਿਥੀ ਚੰਦ ਤੇ ਮਹਾਦੇਵ ਸਨ। ਇੱਕ ਵਾਰ ਇੱਕ ਸਹਾਰੀ ਮਲ ਹੋਏ ਨੇ ਜੋ ਗੁਰੂ ਰਾਮਦਾਸ ਜੀ ਦੇ ਰਿਸ਼ਤੇਦਾਰਾਂ ਦੇ ਵਿੱਚ ਭਰਾ ਲੱਗਦੇ ਸਨ, ਲਾਹੌਰ ਦੇ ਵਿੱਚ ਰਹਿੰਦੇ ਸਨ। ਲਾਹੌਰ ਦੇ ਵਿੱਚ ਰਹਿੰਦੇ ਸਨ ਤੇ ਇੱਕ ਵਾਰ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਇੱਕ ਵਿਵਾਹ ਆਨੰਦ ਕਾਰਜ ਹੋਣ ਜਾ ਰਿਹਾ ਸੀ। ਉਹਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਸੱਦਾ ਦਈਏ, ਸੱਦਾ ਪੱਤਰ ਦਈਏ। ਮਨ ਦੇ ਵਿੱਚ ਸੋਚ ਅੰਮ੍ਰਿਤਸਰ ਸਾਹਿਬ ਜਿੱਥੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਰਹਿੰਦੇ ਸਨ, ਉਸ ਥਾਂ ਤੇ ਰਹਿ ਕਰਕੇ ਉੱਥੇ ਦਰਸ਼ਨ ਮਹਾਰਾਜ ਨੂੰ ਮੱਥਾ ਟੇਕ ਕਰਕੇ ਅਰਦਾਸ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ ਮਹਾਰਾਜ, ਸਾਡੇ ਘਰ ਦੇ ਵਿੱਚ ਆਨੰਦ ਵਿਵਾਹ ਹੈ ਕਿ ਅਸੀਂ ਸੋਚਦੇ ਹਾਂ ਕਿ ਤੁਸੀਂ ਵੀ ਦਰਸ਼ਨ ਜੇ ਦੇ ਸਕਦੇ ਹੋ ਤੇ ਬਹੁਤ ਹੀ ਵਧੀਆ ਹੋਵੇਗਾ। ਮੇਰੇ ਸਤਿਗੁਰੂ ਜੀ ਕਹਿੰਦੇ ਕਿ ਅਸਾਂ ਨੇ ਹੁਣ ਇਹ ਅੰਮ੍ਰਿਤਸਰ ਸਾਹਿਬ ਦੀ ਰਚਨਾ ਕੀਤੀ ਹੈ ਧੰਨ ਗੁਰੂ ਅਮਰਦਾਸ ਜੀ ਦੇ ਬਚਨਾਂ ਤੇ। ਇਸ ਦੀ ਕਾਰ ਸੇਵਾ ਚੱਲ ਰਹੀ ਹੈ, ਸੰਗਤਾਂ ਆਉਂਦੀਆਂ ਨੇ, ਭੇਟਾਂ ਲਿਆਉਂਦੀਆਂ ਨੇ, ਗੁਰੂ ਤੋਂ ਸਾਡੇ ਤੋਂ ਇਹ ਮੰਗਦੇ ਨੇ, ਨਾਮ ਦੀ ਦਾਤ ਮੰਗਦੇ ਨੇ। ਸਾਡੇ ਤੋਂ ਕਈ ਰੁਝੇਵੇਂ ਨੇ, ਸਾਡੇ ਕੋਲ ਨਹੀਂ ਜਾ ਸਕਣਾ ਤੇ ਕਿਉਂ ਅਸੀਂ ਆਪਣੇ ਬੇਟੇ ਨੂੰ ਕਿਸੇ ਨੂੰ ਭੇਜ ਦੇਵਾਂਗੇ। ਸਹਾਰੀ ਮਨ ਵਾਪਸ ਲਾਹੌਰ ਗਿਆ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਿਹਾ ਕਿ ਪ੍ਰਿਥੀ ਚੰਦ ਨੂੰ ਕਿਹਾ, ਤੁਸੀਂ ਵੱਡੇ ਹੋ, ਤੁਸੀਂ ਸਾਡੇ ਪੱਖੋਂ ਸਾਡੇ ਵੱਲੋਂ ਤੁਸੀਂ ਲਾਹੌਰ ਜਾ ਕੇ ਉਸ ਵਿਵਾਹ ਦੇ ਵਿੱਚ ਤੁਸੀਂ ਸ਼ਾਮਲ ਹੋ ਜਾਓ। ਪ੍ਰਿਥੀ ਚੰਦ ਕਹਿੰਦਾ ਉਹਦੇ ਵਿੱਚ ਖੋਟ ਸੀ। ਉਹ ਚਾਹੁੰਦਾ ਸੀ ਕਿ ਮੈਂ ਅੱਗੇ ਗੁਰੂ ਬਣਾ। ਉਹ ਚਾਹੁੰਦਾ ਸੀ ਕਿ ਇਹ ਜੋ ਮਾਲੀ ਜਾਇਦਾਦ ਹੈ, ਇਹ ਜੋ ਪੈਸਾ ਭੇਟਾਵਾਂ ਆਉਂਦੀਆਂ ਨੇ ਗੁਰੂ ਘਰ ਦੇ ਵਿੱਚ, ਇਹ ਸਾਰਾ ਹੀ ਮੈਂ ਹੀ ਹੜੱਪ ਲਵਾਂ, ਮੈਂ ਗੁਰੂ ਬਣ ਜਾਵਾਂਗਾ, ਮੇਰੀ ਵਿੱਚ ਲੋਕਾਂ ਦੀ ਵਡਿਆਈ ਹੋਵੇਗੀ। ਇਹਨਾਂ ਦੇ ਘਰੋਂ ਜਿਹੜੀ ਕਰਮੋਂ ਸੀ ਉਹ ਵੀ ਖੋਟੀ ਮੱਤ ਰੱਖਦੇ ਸਨ। ਉਹ ਵੀ ਚਾਹੁੰਦੀ ਸੀ ਕਿ ਮੇਰੀ ਵਡਿਆਈ ਹੋਵੇ, ਮੇਰੇ ਪਤੀ ਦੀ ਵਡਿਆਈ ਹੋਵੇ, ਮੇਰੇ ਪੁੱਤਰ ਦੀ ਮਿਹਰਬਾਨ ਦੀ ਵਡਿਆਈ ਹੋਵੇ। ਪਰ ਗੁਰੂ ਘਰ ਦੇ ਕੋਈ ਵਡਿਆਈਆਂ ਇਸ ਤਰ੍ਹਾਂ ਨਹੀਂ ਮਿਲਦੀਆਂ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਹਿ ਦਿੱਤਾ ਕਿ ਅਸੀਂ ਲਾਹੌਰ ਨਹੀਂ ਜਾ ਸਕਦੇ, ਜੋ ਵੀ ਘਰ ਭੇਟਾਵਾਂ ਆਉਂਦੀਆਂ ਨੇ ਗੁਰੂ ਘਰ ਅਸੀਂ ਉਹਦੇ ਹਿਸਾਬ ਕਿਤਾਬ ਰੱਖਦੇ ਹਾਂ। ਜੇ ਮੈਂ ਚਲੇ ਜਾਵਾਂ ਤੇ ਘਰ ਪਿੱਛੇ ਕੌਣ ਸੰਭਾਲੇਗਾ? ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਜਿਹੜੇ ਵਿਚਕਾਰਲੇ ਜੋ ਮਿਹਰਬਾਨ ਸੀ ਉਸ ਨੂੰ ਕਿਹਾ ਕਿ ਤੁਸੀਂ ਚਲੇ ਜਾਓ। ਤੇ ਉਹਨਾਂ ਨੇ ਜੋ ਮਿਹਰਬਾਨ ਸੀ, ਉਹਨਾਂ ਮਹਾਦੇਵ ਸੀ ਉਹਦੀ ਮੱਤ ਜਿਹੜੀ ਸੀ ਥੋੜੀ ਮਸਤਾਨੀ ਸੀ। ਉਹ ਬਹੁਤਾ ਆਪਣਾ ਧਿਆਨ ਨਹੀਂ ਸੀ ਰੱਖਦਾ। ਉਹ ਜੋ ਵੀ ਵੱਡੇ ਭਰਾ ਪ੍ਰਿਥੀ ਚੰਦ ਕਹਿੰਦਾ ਸੀ ਉਹੀ ਕਰਦਾ ਸੀ। ਉਹ ਵੀ ਜਿਸ ਤਰ੍ਹਾਂ ਪ੍ਰਿਥੀ ਚੰਦ ਨੇ ਕਿਹਾ ਕਿ ਮੈਂ ਨਹੀਂ ਜਾਣਾ, ਇਸ ਤਰ੍ਹਾਂ ਮਹਾਦੇਵ ਨੇ ਕਹਿ ਦਿੱਤਾ ਵੀ ਮੈਂ ਵੀ ਨਹੀਂ ਜਾਣਾ।
ਕਿ ਮੈਂ ਇੱਥੇ ਪਿੱਛੇ ਜੋ ਕਾਰ ਵਿਹਾਰ ਮੇਰੇ ਭਰਾ ਦੇ ਨਾਲ ਮੈਂ ਸਾਂਭਦਾ ਹਾਂ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਇਸ ਤਰ੍ਹਾਂ ਹੀ ਮਹਾਦੇਵ ਨੇ ਕਹਿ ਦਿੱਤਾ। ਤੇ ਸ੍ਰੀ ਅਰਜਨ ਦੇਵ ਜੀ ਨੂੰ ਵੀ ਸਤਿਗੁਰੂ ਜੀ ਮਹਾਰਾਜ ਜੀ ਨੇ ਬਚਨ ਕੀਤੇ ਤੇ ਮੇਰੇ ਸਤਿਗੁਰੂ ਸ੍ਰੀ ਅਰਜਨ ਦੇਵ ਜੀ ਕਹਿੰਦੇ ਕਿ ਮੇਰਾ ਮਨ ਤਾਂ ਨਹੀਂ ਕਰਦਾ ਤੁਹਾਡੇ ਤੋਂ ਦੂਰ ਹੋਵਾਂ ਸਤਿਗੁਰੂ ਜੀ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਹੀ ਮੈਂ ਕੋਈ ਅੰਨ ਪਾਣੀ ਛਕਦਾ ਹਾਂ। ਮੇਰਾ ਮਨ ਤੁਹਾਡੇ ਤੇ ਰੀਝਦਾ ਹੈ, ਤੁਹਾਡੇ ਦਰਸ਼ਨ ਕਰਕੇ ਰੀਝਦਾ ਹੈ। ਮੇਰਾ ਮਨ ਨਹੀਂ ਚਾਹੁੰਦਾ ਕਿ ਮੈਂ ਲਾਹੌਰ ਜਾਵਾਂ, ਪਰ ਜੇ ਤੁਹਾਡੇ ਬਚਨ ਨੇ, ਜੇ ਤੁਹਾਡਾ ਇਹ ਹੁਕਮ ਹੈ ਕਿ ਮੈਂ ਚਲੇ ਜਾਂਦਾ ਹਾਂ, ਪਰ ਸਾਨੂੰ ਜ਼ਰੂਰ ਹੀ ਛੇਤੀ ਤੁਹਾਨੂੰ ਸੱਦ ਲੈਣਾ, ਕਿਉਂਕਿ ਇੱਥੇ ਇਹ ਬਚਨ ਸੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ, ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਸੱਦਾਂਗੇ ਉਸ ਤੋਂ ਪਹਿਲਾਂ ਤੁਸੀਂ ਇੱਥੇ ਨਹੀਂ ਆਉਣਾ, ਸਾਡਾ ਸੱਦੇ ਆਉਣ ਤੋਂ ਹੀ ਤੁਸੀਂ ਇੱਥੇ ਅੰਮ੍ਰਿਤਸਰ ਸਾਹਿਬ ਵਾਪਸ ਆਉਣਾ ਹੈ। ਮੇਰੇ ਸਤਿਗੁਰੂ ਸ੍ਰੀ ਅਰਜਨ ਦੇਵ ਮਹਾਰਾਜ ਲਾਹੌਰ ਜਾਂਦੇ ਨੇ, ਸਹਾਰੀ ਮਾਰ ਦੇ ਜੋ ਉਹਨਾਂ ਦੇ ਵਾਰ ਦੇ ਜੋ ਘਰ ਦੇ ਵਿੱਚ ਵਿਆਹ ਸੀ ਉਹਦੇ ਵਿੱਚ ਸ਼ਾਮਲ ਹੋ ਕਰਕੇ ਫਿਰ ਉੱਥੇ ਲਾਹੌਰ ਦੀ ਸੰਗਤਾਂ ਨੂੰ ਉਤਾਰਦੇ, ਨਾਮ ਦਾ ਦਾਨ ਦਿੰਦੇ, ਗੁਰਸਿੱਖੀ ਦੀ ਉੱਥੇ ਧਰਮਸ਼ਾਲਾ ਕਾਇਮ ਹੋਈ। ਧਰਮਸ਼ਾਲੇ ਦੇ ਵਿੱਚ ਸਵੇਰ ਨੂੰ ਅੰਮ੍ਰਿਤ ਵੇਲੇ ਦੀਵਾਨ ਸੱਜਦਾ, ਸ਼ਾਮ ਨੂੰ ਵੀ ਦੀਵਾਨ ਸੱਜਦਾ, ਰੌਣਕਾਂ ਲੱਗਦੀਆਂ। ਪਰ ਮੇਰੇ ਸਤਿਗੁਰੂ ਸ੍ਰੀ ਅਰਜਨ ਦੇਵ ਜੀ ਦਾ ਮਨ ਫਿਰ ਵੀ ਆਪਣੇ ਗੁਰੂਦੇਵ ਸ੍ਰੀ ਗੁਰੂ ਰਾਮਦਾਸ ਜੀ ਦੇ ਵਿੱਚ ਹੀ ਲੱਗਾ ਰਹਿੰਦਾ, ਵਿਰਾਗ ਲੱਗਾ ਰਹਿੰਦਾ ਕਿ ਮੈਂ ਕਦੇ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਦੋਂ ਕਰਾਂਗਾ। ਇਤਿਹਾਸ ਵਿੱਚ ਲਿਖਿਆ ਹੈ ਕਿ ਕਈ ਅਰਸੇ ਨਿਕਲੇ, ਕਹਿੰਦੇ 3 ਸਾਲ ਤੱਕ ਮੇਰੇ ਸਤਿਗੁਰੂ ਜੀ ਲਾਹੌਰ ਰਹੇ। 6 ਸਾਲ ਮੇਰੇ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਬਣੇ। ਇੱਥੇ ਇੱਕ ਬੇਨਤੀ ਹੈ ਕਿ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ ਬਖਸ਼ਣ ਲੱਗੇ, ਸਤਿਗੁਰੂ ਜੀ ਨੇ ਬਚਨ ਕੀਤੇ, ਸ੍ਰੀ ਗੁਰੂ ਰਾਮਦਾਸ ਜੀ ਤੁਹਾਡੇ ਆਯੂ ਤਾਂ ਹੈ ਹੀ ਨਹੀਂ, ਤੁਸੀਂ ਤਾਂ ਪਹਿਲੇ ਹੀ ਸੱਚਖੰਡ ਜਾਣਾ ਸੀ। ਅਸੀਂ ਤੁਹਾਨੂੰ ਆਪਣੇ ਜੋ ਉਮਰ ਦੇ ਵਿੱਚੋਂ ਅਸੀਂ 6 ਸਾਲ ਤੁਹਾਨੂੰ ਬਖਸ਼ਦੇ ਹਾਂ। 6 ਸਾਲ ਮੇਰੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ੇ। 6 ਸਾਲ ਮੇਰੇ ਸਤਿਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ। 3 ਸਾਲ ਮੇਰੇ ਸਤਿਗੁਰੂ ਸ੍ਰੀ ਅਰਜਨ ਦੇਵ ਲਾਹੌਰ ਰਹਿੰਦੇ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਜੀ ਨੇ ਸੋਚਿਆ ਕਿ ਮੈਂ ਇੱਕ ਚਿੱਠੀ ਲਿਖ ਕੇ ਭੇਜ ਦਵਾਂ। ਮੇਰੇ ਸਤਿਗੁਰੂ ਜੀ ਮਹਾਰਾਜ ਜੀ ਚਿੱਠੀ ਲਿਖ ਕੇ ਭੇਜਦੇ ਨੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰਿਕ ਨਿਆਏ, ਤ੍ਰਿਖ ਨ ਉਤਰੇ ਸੰਤ ਨੇ ਆਵੇ, ਦਰਸ਼ਨ ਸੰਤ ਪਿਆਰੇ ਜਿਉ ਘੋਲੀ ਜਿਉ ਘੋਲ ਕਮਾਏ, ਗੁਰ ਦਰਸ਼ਨ ਸੰਤ ਪਿਆਰੇ ਜਿਉ ਰਹਾਉ। ਇਹ ਚਿੱਠੀ ਲਿਖ ਕੇ ਮੇਰੇ ਸਤਿਗੁਰੂ ਜੀ ਆਪਣੇ ਕਿਸੇ ਸਿੱਖ ਦੇ ਰਾਹੀਂ ਨੂੰ, ਕਿ ਸਿੱਖ ਵੀ ਨਾਲ 2 ਦਿਨ ਗਏ ਸਨ, ਉਹਨਾਂ ਦੇ ਰਾਹੀਂ ਮੇਰੇ ਸਤਿਗੁਰੂ ਅੰਮ੍ਰਿਤਸਰ ਇਹ ਚਿੱਠੀ ਭੇਜੀ। ਪਰ ਜਦੋਂ ਅੰਮ੍ਰਿਤਸਰ ਪਹੁੰਚਦੇ ਨੇ, ਉਹ ਚਿੱਠੀ ਪ੍ਰੀਤ ਚੰਦ ਲੈ ਲੈਂਦਾ ਤੇ ਕਹਿੰਦਾ ਕਿ ਮੈਂ ਚਿੱਠੀ ਆਪਣੇ ਗੁਰੂ ਸਾਹਿਬ ਨੂੰ, ਪਿਤਾ ਜੀ ਨੂੰ ਦੇ ਦੇਵਾਂਗਾ, ਤੁਸੀਂ ਕੋਈ ਚਿੰਤਾ ਨਾ ਕਰੋ। ਪ੍ਰੀਤ ਚੰਦ ਕੀ ਕਰਦਾ ਹੈ, ਸੋਚਦਾ ਹੈ ਕਿ ਮੇਰੇ ਭਰਾ ਵੱਲੋਂ ਚਿੱਠੀ ਆਈ ਹੈ, ਮੇਰੇ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਿਤਾ ਜੀ ਸ੍ਰੀ ਅਰਜਨ ਦੇਵ ਜੀ ਬਹੁਤ ਨੇੜੇ ਹਨ, ਇਹਨਾਂ ਨੂੰ ਬਹੁਤ ਪਿਆਰ ਕਰਦੇ ਹਨ, ਜੇ ਇਹ ਵਾਪਸ ਆਇਆ ਤੇ ਮੈਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਨਹੀਂ ਹੋਣੀ। ਕੀ ਕਰਦੇ ਕਿ ਉਹ ਚਿੱਠੀ ਆਪਣੇ ਕੋਲ ਰੱਖ ਕੇ ਘਰੇ ਹੀ ਰੱਖ ਲੈਂਦਾ ਹੈ ਤੇ ਉਹ ਚਿੱਠੀ ਆਪਣੇ ਸਤਿਗੁਰੂ ਜੀ ਨੂੰ ਨਹੀਂ ਦਿੰਦੇ। ਫਿਰ ਮੇਰੇ ਸਤਿਗੁਰੂ ਜੀ ਸੋਚਦੇ ਨੇ ਕਿ ਮੈਂ ਕੋਈ ਚਿੱਠੀ ਹੋਰ ਲਿਖ ਕੇ ਦੇਵਾਂ, ਕਿਉਂਕਿ ਉਹਦਾ ਕੋਈ ਜਵਾਬ ਨਹੀਂ ਆਇਆ। ਤੇਰਾ ਮੁਖ ਸੁਹਾਵਾ ਜੀਓ ਸਹਿਤਨ ਬਾਣੀ, ਤਿਰਹੁ ਦੇਖੇ ਸਾਰੰਗ ਪਾਣੀ, ਧਨਸੋ ਦੇ ਚਾਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜਿਉ ਘੋਰੀ ਹੋ ਘੋਰ ਕੋਈ ਸੱਜਣ ਮੀਤ ਮੁਰਾਰੇ ਜਿਉ ਰਹਾ। ਇਹ ਚਿੱਠੀ ਮੇਰੇ ਸਤਿਗੁਰੂ ਨੇ ਫਿਰ ਲਿਖੀ ਹੈ, ਦੁਆ ਪਾ ਕਰਕੇ ਉਹ ਚਿੱਠੀ ਤੇ ਮਹਾਰਾਜ ਨੇ ਭੇਜੀ। ਫਿਰ ਵੀ ਉਹ ਪ੍ਰਿਥੀ ਚੰਦ ਨੇ ਉਹ ਚਿੱਠੀ ਰੱਖ ਲਈ। ਫਿਰ ਮੇਰੇ ਸਤਿਗੁਰੂ ਜੀ ਕਹਿੰਦੇ ਕਿ ਸਿੱਖੋ 2 ਚਿੱਠੀਆਂ ਮੈਂ ਭੇਜ ਦਿੱਤੀਆਂ, ਉਹਦਾ ਕੋਈ ਜਵਾਬ ਹੀ ਨਹੀਂ ਆਇਆ। ਹੁਣ ਇੱਕ ਹੋਰ ਚਿੱਠੀ ਲਿਖਾਂਗਾ, ਪਰ ਤੁਸਾਂ ਨੇ ਉਹ ਚਿੱਠੀ ਮੇਰੇ ਗੁਰਦੇਵ ਆਪਣੇ ਪਿਤਾ ਜੀ ਨੂੰ ਦੇਣੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਰਜੁਗ ਹੋਤਾ, ਹੁਣ ਕਦੋਂ ਮਿਲਿਆ ਪਿਆ ਤੁਧ ਭਗਵੰਤਾ, ਮੋਹ ਰਹਿਣਾ ਵੀ ਹਾਵੇ ਨੀਂਦ ਨਾ ਆਵੇ, ਮੈਂ ਦੇਖੇ ਗੁਰ ਦਰਬਾਰੇ ਜਿਉ ਘੋਰੀ ਜਿਉ ਘੋਲ ਗਮੰਤ, ਸੱਚੇ ਗੁਰ ਦਰਬਾਰੇ ਜਿਉ ਰਹਾਉ। ਇਹ ਚਿੱਠੀ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਪੜ੍ਹਦੇ ਨੇ ਤੇ ਪੜ੍ਹ ਕਰਕੇ ਦੇਖਦੇ ਨੇ, ਇਹਦੇ ਤੇ 3 ਅੰਕ ਲਿਖਿਆ ਹੈ। ਇਹ 3 ਅੰਕ ਮਤਲਬ ਤੀਜਾ ਨੰਬਰ ਲਿਖਿਆ ਹੈ, ਤੇ 3 ਨੰਬਰ ਲਿਖਣ ਦਾ ਮਤਲਬ ਕਿ 2 ਹੋਰ ਵੀ ਚਿੱਠੀਆਂ ਹੋਣਗੀਆਂ। ਫਿਰ ਪ੍ਰਿਥੀ ਚੰਦ ਨੂੰ ਪੁੱਛਿਆ ਤੇ ਪ੍ਰਿਥੀ ਚੰਦ ਨੇ ਕਿਹਾ ਕਿ ਪਤਾ ਨਹੀਂ ਹੈ। ਜਦੋਂ ਘਰੇ ਜਾ ਕੇ ਫਰੋਲਿਆ ਤੇ ਫਰੋਲ ਕੇ ਦੇਖਿਆ ਕਿ 2 ਹੋਰ ਵੀ ਚਿੱਠੀਆਂ ਨੇ, ਤੇ ਉਹ ਵੀ ਗੁਰੂ ਮਹਾਰਾਜ ਨੇ ਪੜ੍ਹੀਆਂ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਵਾਪਸ ਸਤਿਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਸ੍ਰੀ ਅਰਜਨ ਦੇਵ ਜੀ ਨੂੰ ਸੱਦਦੇ ਹਨ। ਦੇਖੋ ਮੇਰੇ ਸਤਿਗੁਰ ਦੇ ਵਿੱਚ ਕਿੰਨੀ ਤਾਂਗ ਹੈ, ਕਿਤਨੀ ਮਹਾਰਾਜ ਆਗਿਆ ਵਿੱਚ ਰਹਿਣ ਵਾਲੇ ਹਨ ਮੇਰੇ ਸਤਿਗੁਰੂ ਜੀ। ਜੇ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅਸੀਂ ਇਤਿਹਾਸ ਫਰੋਲੀਏ, ਵੇਖੀਏ, ਪੜ੍ਹੀਏ ਤੇ ਵੇਖਦੇ ਹਾਂ ਕਿ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਮੁਕੰਮਲ ਜੀਵਨ ਸੀ। ਨਿਮਰਤਾ ਦੇ ਵਿੱਚ ਵੀ ਮੁਕੰਮਲ ਸਨ,
ਬਚਨ ਮੰਨਣ ਦੇ ਵਿੱਚ ਵੀ ਮੁਕੰਮਲ ਸਨ, ਬਚਨ ਕਰਨ ਦੇ ਵਿੱਚ ਵੀ ਮੁਕੰਮਲ ਸਨ, ਤੇ ਭਾਣਾ ਮੰਨਣ ਦੇ ਵਿੱਚ ਵੀ ਮੁਕੰਮਲ ਸਨ। ਹਰ ਇੱਕ ਪੱਖ ਜੇ ਅਸੀਂ ਦੇਖੀਏ ਤੇ ਮੁਕੰਮਲ ਜੀਵਨ ਮੇਰੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੈ। ਇਸ ਤਰ੍ਹਾਂ ਮੇਰੇ ਫਿਰ ਸਤਿਗੁਰੂ ਜੀ ਮਹਾਰਾਜ ਜੀ ਨੇ ਉੱਥੇ ਵੀ ਬਾਣੀ ਉਚਾਰੀ। ਸੋ ਉਹ ਸ਼ਬਦ ਹਜ਼ਾਰੇ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ। ਇਸ ਤਰ੍ਹਾਂ ਫਿਰ ਮਹਾਰਾਜ ਸਮਾਂ ਲੰਘਦਾ ਗਿਆ ਤੇ ਫਿਰ ਮੇਰੇ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਦੇ ਨੇ, ਗੁਰਤਾ ਗੱਦੀ ਤੇ ਬਿਠਾਉਂਦੇ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠਦੇ ਨੇ। ਇਹ ਜਦੋਂ ਹੋਇਆ, ਇਹ ਕਾਰਨਾਮਾ ਜਦੋਂ ਹੋਇਆ ਸੀ, ਪ੍ਰਿਥੀ ਚੰਦ ਬਹੁਤ ਈਰਖਾ ਦੇ ਵਿੱਚ ਸਨ। ਈਰਖਾ ਵਿੱਚ ਆ ਕਰਕੇ, ਉਹ ਜੈਲਸੀ ਦੇ ਵਿੱਚ ਆ ਕਰਕੇ ਉਹਨਾਂ ਨੇ ਫਿਰ ਗੁਰੂ ਮਹਾਰਾਜ ਜੀ ਦੇ ਨਾਲ ਚਾਲਾਂ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਤਾਂ ਬਣ ਗਏ, ਪਰ ਕੋਈ ਸਤਿਗੁਰੂ ਜੀ ਮਹਾਰਾਜ ਦੇ ਕੋਈ ਪਹਿਰਾਵਾ ਨਾ ਲੈ ਕੇ ਆਵੇ, ਕੋਈ ਪੈਸਾ ਨਾ ਲੈ ਕੇ ਆਵੇ, ਕੋਈ ਮਾਇਆ ਨਾ ਲੈ ਕੇ ਆਵੇ, ਗੁਰੂ ਘਰ ਦੀ ਰੌਣਕ ਨਾ ਬਣੇ। ਇੱਕ ਵਾਰ ਜਦੋਂ ਭਾਈ ਗੁਰਦਾਸ ਜੀ ਕਈ ਆਗਰੇ ਤੋਂ ਆਏ ਸਨ ਤਾਂ ਉਹਨਾਂ ਨੇ ਕੀ ਵੇਖਿਆ ਕਿ ਗੁਰੂ ਘਰ ਦੇ ਵਿੱਚ ਕੋਈ ਰੌਣਕ ਨਹੀਂ ਹੈ, ਕੋਈ ਲੰਗਰ ਤੇ ਸਾਨੂੰ ਜਦੋਂ ਭਾਈ ਗੁਰਦਾਸ ਜੀ ਲੰਗਰ ਛਕਾਇਆ ਤੇ ਉਹਨਾਂ ਨੂੰ ਛੋਲੇ ਦੇ ਦਾਣੇ ਦਿੱਤੇ ਗਏ ਤੇ ਉਹਨਾਂ ਨੇ ਵੇਖਿਆ ਕਿ ਗੁਰੂ ਘਰ ਦੇ ਲੰਗਰ ਦੀ ਖੀਰ ਵੀ ਬਣਦੀ ਰਹੀ, ਹੋਰ ਵੀ ਪਦਾਰਥ ਬਣਦੇ ਰਹੇ ਤੇ ਗੁਰੂ ਅਰਜਨ ਦੇਵ ਜੀ ਸਮੇਂ ਦੇ ਵਿੱਚ ਵੀ ਹੁਣ ਤਾਂ ਛੋਲੇ ਹੀ ਬਣ ਰਹੇ ਨੇ। ਇਸ ਦਾ ਮਤਲਬ ਕੀ ਹੈ? ਫਿਰ ਉਹਨਾਂ ਨੇ ਆਪਣੇ ਭੈਣ ਬੀਬੀ ਭਾਨੀ ਜੀ ਕੋਲ ਗਏ ਤੇ ਕਿਹਾ ਕਿ ਇਹ ਕੀ ਗੱਲ ਹੈ? ਕਹਿੰਦੇ ਇਹ ਤੁਹਾਡੇ ਭਤੀਜੇ, ਵੱਡੇ ਭਤੀਜੇ ਪ੍ਰਿਥੀ ਚੰਦ ਦੀ ਦਾ ਕਾਰਨ ਹੈ। ਗੁਰੂ ਘਰ ਦੇ ਨਾਲ, ਗੁਰੂ ਸਾਹਿਬ ਦੇ ਨਾਲ ਈਰਖਾ ਕਰਦੇ ਨੇ। ਉਹ ਕਹਿੰਦੇ ਨੇ ਕਿ ਮੈਂ ਗੁਰੂ ਹਾਂ, ਉਹ ਗੁਰੂ ਬਣ ਕੇ ਬੈਠਾ ਹੈ ਅੰਮ੍ਰਿਤਸਰ ਸਾਹਿਬ ਦੇ ਬਾਹਰਲੇ ਪਾਸੇ। ਉੱਥੇ ਜੋ ਵੀ ਕਾਰਪੇਟਾ ਲੈ ਕੇ ਆਉਂਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਂਦੇ ਨੇ, ਉੱਥੇ ਹੀ ਪਹਿਲਾਂ ਰੋਕ ਲੈਂਦੇ ਨੇ ਤੇ ਉੱਥੇ ਉਹਨਾਂ ਕੋਲ ਪਹਿਰਾਵਾ ਲੈ ਲੈਂਦੇ ਨੇ। ਕਹਿ ਦਿੰਦਾ ਹੈ ਕਿ ਮੈਂ ਵੱਡਾ ਸਪੁੱਤਰ ਹਾਂ, ਮੈਂ ਗੁਰੂ ਬਣ ਗਿਆ। ਫਿਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਹਿੰਦੇ ਕਿ ਹੁਣ ਅਸੀਂ ਗੁਰੂ ਦਾ ਪ੍ਰਚਾਰ ਕਰੀਏ, ਸ਼ਬਦ ਦਾ ਪ੍ਰਚਾਰ ਕਰੀਏ, ਅਸੀਂ ਨਾਮ ਦਾ ਪ੍ਰਚਾਰ ਕਰੀਏ, ਲੋਕਾਂ ਵਿੱਚ ਦੱਸੀਏ। ਫਿਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਜੀ ਦੀ ਸੇਵਾ ਕੀਤੀ, ਪ੍ਰਚਾਰ ਕੀਤਾ ਕਿ ਇਹ ਸੱਚੇ ਗੁਰੂ ਗੁਰੂ ਅਰਜਨ ਦੇਵ ਜੀ ਹਨ। ਜਿਨ੍ਹਾਂ ਨੇ ਤੁਹਾਨੂੰ ਮੁਕਤੀ ਦੇਣੀ ਹੈ ਉਹ ਗੁਰੂ ਅਰਜਨ ਦੇਵ ਜੀ ਹਨ। ਇਹਨਾਂ ਕੋਲ ਆਇਆ ਕਰੋ, ਇਹ ਵੱਡੇ ਗੁਰੂ ਹਨ। ਇਸ ਤਰ੍ਹਾਂ ਫਿਰ ਇਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉੱਥੇ ਵਡਿਆਈ ਹੋਈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਰੋਵਰ ਦੀ ਕਾਰ ਸੇਵਾ ਕੀਤੀ। ਸਰੋਵਰ ਬਣ ਚੁੱਕਾ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਫਿਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਪ੍ਰਭ ਹਰਿਮੰਦਰ ਸੋਹਣਾ ਜਿਸ ਮਹਿ ਮਾਣਕ ਲਾਲ, ਜਿੱਠੇ ਸਭੇ ਤਾਵ ਨਹੀਂ ਤੋ ਜਿਹਾ, ਪਦੋਹ ਪੁਰਖ ਵਿਦਾਤੇ ਤਾ ਤੂੰ ਸੋਹਿਆ, ਵਸਤੀ ਸਗਨ ਅਪਾਰ ਅਰੂਪ ਰਾਮਦਾਸਪੁਰ, ਹਰ ਹਰ ਨਾ ਤਸਮਝ ਜਾਏ ਨਾਇਆ ਰਾਮਦਾਸ ਸਰ। ਭਾਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਪਰ ਫਿਰ ਵੀ ਉਹਨਾਂ ਆਪਣੇ ਗੁਰਦੇਵ ਪਿਤਾ ਜੀ ਦੀ ਜੋ ਵਡਿਆਈ ਉੱਚਾ ਰੱਖਿਆ। ਹਜੇ ਵੀ ਜਦੋਂ ਅਸੀਂ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਦਰਬਾਰ। ਉੱਥੇ ਹਲੇ ਵੀ ਜਦੋਂ ਅਰਦਾਸ ਹੁੰਦੀ ਹੈ ਉੱਥੇ ਕਿਹਾ ਜਾਂਦਾ ਹੈ ਕਿ ਹੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਪਾਕ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਇਸ ਤਰ੍ਹਾਂ ਅਰਦਾਸ ਹੁੰਦੀ ਹੈ ਕਿਉਂਕਿ ਵੱਡਿਆਂ ਦੀ ਅਸੀਂ ਵਡਿਆਈ ਕਰਨੀ ਹੈ। ਇਤਨੀ ਨਿਮਰਤਾ ਮੇਰੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਵਿੱਚ ਸੀ ਤੇ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਕਿਉਂਕਿ ਜੇ ਵੇਖੀਏ ਕਿ ਧਰਮ ਜੇ ਬਣਾਉਣਾ ਹੈ ਤੇ ਧਰਮ ਦੀ ਇੱਕ ਥਾਂ ਹੋਣੀ ਚਾਹੀਦੀ ਹੈ। ਮਹਾਰਾਜ ਜੀ ਨੇ ਸਭ ਤੋਂ ਜਿਹੜਾ ਮੇਨ ਥਾਂ ਉਹ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾਇਆ। ਤੇ ਮਹਾਰਾਜ ਨੇ ਕਿ ਇਸ ਸੱਚਖੰਡ ਦਾ, ਜਿੱਥੇ ਸੱਚਖੰਡ ਵਸਿਆ ਨਿਰੰਕਾਰ, ਜਿੱਥੇ ਵਾਹਿਗੁਰੂ ਜੀ ਰਹਿੰਦੇ ਨੇ, ਇਹ ਇਸ ਧਰਤੀ ਦੇ ਕਲਯੁਗ ਸਥਾਨ ਤੇ ਇਹ ਸੱਚਖੰਡ ਹੈ। 68 ਤੀਰਥਾਂ ਤੋਂ ਵੀ ਵੱਡਾ ਸਥਾਨ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਹੈ। ਉਸ ਸਥਾਨ ਦੇ ਵਿੱਚ ਪਹਿਲਾਂ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਜੀ ਨੇ ਬਾਣੀ ਰਚੀ। ਜੋ ਸਤਿਗੁਰੂ ਜੀ ਮਹਾਰਾਜ ਜੀ ਨੇ ਪਹਿਲਾਂ ਗੋਇੰਦਵਾਲ ਸਾਹਿਬ ਜਾ ਕਰਕੇ ਨੰਗੇ ਪੈਰੀ ਉੱਥੇ ਜਾ ਕਰਕੇ ਮੇਰੇ ਸਤਿਗੁਰੂ ਜੀ ਨੇ ਪਹਿਲਾਂ ਪੋਥੀਆਂ ਇਕੱਤਰ ਕੀਤੀਆਂ। ਪੋਥੀਆਂ ਜਿਹੜੀਆਂ ਸੀ ਬਾਣੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਜੋ ਸੀ ਉਸ ਨੂੰ ਇਕੱਤਰ ਕਰਕੇ ਜੋ ਪੋਥੀਆਂ ਦੇ ਵਿੱਚ ਸਨ, ਉਹਨੂੰ ਬਾਣੀਆਂ ਦੀਆਂ ਪੋਥੀਆਂ ਨੂੰ ਇਕੱਤਰ ਕਰਕੇ ਨੰਗੇ ਪੈਰੀ ਮੇਰੇ ਸਤਿਗੁਰੂ ਨੰਗੇ ਚਰੜੀ ਮੇਰੇ ਸਤਿਗੁਰੂ ਜੀ ਗਏ, ਪਾਲਕੀ ਦੇ ਵਿੱਚ ਗਏ। ਪਾਲਕੀ ਦੇ ਵਿੱਚ ਫਿਰ ਉਹ ਪੋਥੀਆਂ ਰੱਖੀਆਂ
ਪੋਥੀਆਂ ਰੱਖ ਕਰਕੇ ਆਪ ਸਤਿਗੁਰੂ ਜੀ ਮਹਾਰਾਜ ਚੌਰ ਕਰਦੇ ਕਰਦੇ ਗੋਬਿੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਆਏ। ਰਾਮਸਰ ਸਾਹਿਬ ਦੇ ਕੰਢੇ ਤੇ ਬੈਠ ਕਰਕੇ ਮਹਾਰਾਜ ਜੀ ਆਪ ਬਾਣੀ ਉਚਾਰੀ ਅਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕਰਕੇ ਲਿਖਾਰੀ ਥਾਪ ਕਰਕੇ ਭਾਈ ਗੁਰਦਾਸ ਜੀ ਬਾਣੀ ਲਿਖਦੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਉਚਾਰਦੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੁਕੰਮਲ ਬਾਣੀ ਉਚਾਰ ਕਰਕੇ ਗੁਰੂ ਤੇਗ ਬਹਾਦਰ ਬਾਣੀ ਤੋਂ ਛੁੱਟ ਫਿਰ ਮਹਾਰਾਜ ਜੀ ਨੇ ਮੁਕੰਮਲ ਬਾਣੀ ਉਚਾਰ ਕਰਕੇ ਫਿਰ ਉਹ ਗ੍ਰੰਥ ਤਿਆਰ ਕੀਤਾ। ਫਿਰ ਉਹ ਗ੍ਰੰਥ ਲਾਹੌਰ ਭੇਜਿਆ। ਜਦ ਲਾਹੌਰ ਦੇ ਵਿੱਚ ਇਹ ਗ੍ਰੰਥ ਭੇਜਿਆ ਭਾਈ ਬੰਨੋ ਜੀ ਤੋਂ ਇਹ ਜਿਲਦ ਬਣਵਾਈ ਗਈ। ਜਿਲਦ ਦਾ ਮਤਲਬ ਜੋ ਅਸੀਂ ਜੋ ਦ ਬਾਈਂਡਿੰਗ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹ ਜਿਲਦ ਬਣਵਾਈ ਗਈ। ਤੇ ਉਸ ਵਕਤ ਦੇ ਕਹਿੰਦੇ ਜਿਹੜਾ ਮੁਗਲ ਸਲਤਨਤ ਸੀ ਉਹ ਵੀ ਕਹਿੰਦੇ ਕਿ ਹੁਣ ਨਵਾਂ ਕੋਈ ਗ੍ਰੰਥ ਰਚਿਆ ਗਿਆ, ਅਸੀਂ ਬਾਣੀ ਦੇਖਣੀ, ਇਹਦੇ ਵਿੱਚ ਕੀ ਕੀ ਬਾਣੀ ਹੈ। ਜਦੋਂ ਬਾਣੀ ਦੇਖੀ ਗਈ ਕਿ ਉਹਦੇ ਵਿੱਚ ਕੀ ਕੀ ਬਾਣੀ ਹੈ, ਉਹਦੇ ਵਿੱਚ ਇੱਕ ਸ਼ਬਦ ਆਇਆ ਸੀ, ਅੱਬਲ ਅੱਲਹ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਦੇ ਸਭ ਜਾ ਉਪਜਾ ਕੌਣ ਭਲੇ ਕੋ ਮੰਦੇ। ਫਿਰ ਕਹਿੰਦੇ ਜੋ ਮੁਗਲ ਸਲਤਨਤ ਸੀ ਉਹ ਖੁਸ਼ ਹੋਏ ਕਿ ਇਸ ਤਰ੍ਹਾਂ ਦੀ ਵੀ ਬਾਣੀ ਮੇਰੇ ਸਤਿਗੁਰੂ ਜੀ ਸ੍ਰੀ ਅਰਜਨ ਦੇਵ ਜੀ ਨੇ ਰਚੀ ਹੈ। ਜਦੋਂ ਫਿਰ ਉਹ ਸਤਿਗੁਰੂ ਜੀ ਦਾ ਸਰੂਪ ਜੋ ਗ੍ਰੰਥ ਸਾਹਿਬ ਦਾ ਸਰੂਪ ਸੀ ਉਹ ਲਾਹੌਰ ਤੋਂ ਵਾਪਸ ਅੰਮ੍ਰਿਤਸਰ ਆਇਆ। ਵਾਪਸ ਆ ਕਰਕੇ ਮੇਰੇ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕਰਕੇ ਉਸ ਥਾਂ ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਫਿਰ ਉਸ ਵਕਤ ਮਹਾਰਾਜ ਜੀ ਨੇ ਕਿਹਾ, ਪਹਿਲਾਂ ਕੀਰਤਨ ਹੋਇਆ, ਮਹਾਰਾਜ ਨੇ ਆਪ ਕੀਰਤਨ ਕੀਤਾ, ਸੰਗਤਾਂ ਨੇ, ਫਿਰ ਸਿੱਖਾਂ ਨੇ, ਰਬਾਬੀਆਂ ਨੇ ਕੀਰਤਨ ਕੀਤਾ। ਫਿਰ ਮੇਰੇ ਸਤਿਗੁਰੂ ਜੀ ਨੇ ਕਿਹਾ ਕਿ ਹੁਣ ਹੁਕਮਨਾ, ਹੇ ਬਾਬਾ ਬੁੱਢਾ ਜੀ ਤੁਸੀਂ ਹੁਕਮਨਾਮਾ ਲਿਓ, ਆਵਾਜ਼ ਲਓ। ਕਹਿੰਦੇ ਹੁਣ ਹੁਕਮਨਾਮਾ ਲਵੋ। ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵਿਤ ਟਾਲ ਸੁਹਾਵਿਤ ਅੰਮ੍ਰਿਤ ਜਲ ਛਾਇਆ ਰਾਮ। ਕਿ ਇਹ ਜਿਹੜਾ ਕੰਮ ਤੁਸਾਂ ਨੇ ਕੀਤਾ ਹੈ ਇਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਆਪ ਸਹਾਈ ਹੋਏ ਹਨ। ਸੰਤਾਂ ਕੇ ਕਾਰਜ ਆਪ ਹੋਇਆ, ਕਿਉਂਕਿ ਆਪ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਛ ਹਿਰਦੈ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਆ। ਇਹ ਧੰਨ ਗੁਰੂ ਅਰਜਨ ਦੇਵ ਆਪ ਗੁਰੂ ਹਨ, ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਵਸਦੇ ਹਨ। ਇਸੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਜੋ ਵੀ ਗੁਰੂ ਮਹਾਰਾਜ ਕਰਦੇ ਨੇ। ਇਹ ਕਾਲ ਪੁਰਖ ਦੀ ਬਾਣੀ ਹੈ, ਇਹ ਬਾਣੀ ਸੱਚਖੰਡ ਤੋਂ ਆਈ ਹੈ। ਇਹ ਬਾਣੀ ਪਰਮੇਸ਼ਰ ਵਾਹਿਗੁਰੂ ਆਪ ਉਚਾਰ ਕਰਕੇ ਫਿਰ ਗੁਰੂ ਮਹਾਰਾਜ ਦੇ ਰਾਹੀਂ ਇਹ ਲਿਖਵਾਈ ਗਈ ਬਾਣੀ ਹੈ। ਸੰਤਾਂ ਦੇ ਕਾਰਜ ਆਪ ਖਲੋਇਆ, ਵਾਹਿਗੁਰੂ ਨੇ ਆਪ ਇਹ ਜਿਹੜੇ ਕੰਮ ਨੇ ਆਪ ਸਹਾਈ ਹੋ ਕੇ ਕਰਾਏ ਨੇ। ਫਿਰ ਮਹਾਰਾਜ ਜੀ ਨੇ ਇਹ ਬਾਣੀ ਉਚਾਰੀ। ਕਈ ਸਤਿਗੁਰੂ ਜੀ ਮਹਾਰਾਜ ਨੇ ਥਾਂ ਬਣਾਏ, ਜਿਸ ਤਰ੍ਹਾਂ ਮਹਾਰਾਜ ਜੀ ਨੇ ਧਰਮ ਸਥਾਨ ਸ੍ਰੀ ਤਰਨਤਾਰਨ ਸਾਹਿਬ ਬਣਾਇਆ, ਸ੍ਰੀ ਕਰਤਾਰਪੁਰ ਸਾਹਿਬ ਬਣਾਇਆ, ਹੋਰ ਵੀ ਥਾਵਾਂ ਤੇ ਮਹਾਰਾਜ ਜੀ ਵਿਚਰ ਕਰਕੇ ਸਤਿਗੁਰੂ ਜੀ ਮਹਾਰਾਜ ਜੀ ਨੇ ਨਾਮ ਦਾ ਛਿੱਟਾ ਸਤਿਗੁਰੂ ਜੀ ਮਹਾਰਾਜ ਨੇ ਫੈਲਾਇਆ। ਸਤਿਗੁਰੂ ਜੀ ਮਹਾਰਾਜ ਨੇ ਫਿਰ ਜਦੋਂ ਮਹਾਰਾਜ ਜੀ ਇੱਕ ਵਾਰ ਕਹਿੰਦੇ ਤਰਨਤਾਰਨ ਸਾਹਿਬ ਬਿਰਾਜਮਾਨ ਸਨ, ਜਿਹੜਾ ਜਹਾਂਗੀਰ ਸੀ ਇਹ ਅਕਬਰ ਦਾ ਬੇਟਾ ਸੀ। ਜਹਾਂਗੀਰ ਦਾ ਬੇਟਾ ਇੱਕ ਹੋਇਆ ਖੁਸਰੋ। ਇੱਕ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਜਹਾਂਗੀਰ ਨੇ। ਜਹਾਂਗੀਰ ਭਾਵੇਂ ਉਹਨਾਂ ਦੇ ਪੁੱਤਰ ਸਨ, ਫਿਰ ਵੀ ਉਹਨਾਂ ਨੇ ਖੁਸਰੋ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ। ਇਤਨੀ ਉਹਦੇ ਵਿੱਚ ਅੱਗ ਸੀ ਕਿ ਇਹਨਾਂ ਨੂੰ ਇਹ ਜੋ ਰਾਜਗੱਦੀ ਨਾ ਮਿਲ ਜਾਵੇ। ਖੁਸਰੋ ਨੂੰ ਉਹਨਾਂ ਨੇ ਦੇਸ਼ ਨਿਕਾਲਾ ਦਿੱਤਾ ਕਿ ਇੱਥੋਂ ਚਲੇ ਜਾਓ। ਖੁਸਰੋ ਦਿੱਲੀ ਤੋਂ ਕੂਚ ਕਰਦੇ ਕਰਦੇ ਪੰਜਾਬ ਤੱਕ ਆਇਆ ਤੇ ਕਹਿੰਦੇ ਲਿਖਿਆ ਗਿਆ ਹੈ ਕਿ ਖੁਸਰੋ ਗੁਰੂ ਅਰਜਨ ਦੇਵ ਜੀ ਦੇ ਸ਼ਰਨ ਵਿੱਚ ਆਏ। ਵਡਿਆਈ ਸੁਣੀ ਸੀ ਗੁਰੂ ਘਰ ਦੀ, ਕਿਉਂਕਿ ਪਹਿਲਾਂ ਤੋਂ ਹੀ ਜਿਹੜੇ ਅਕਬਰ ਸੀ ਗੁਰੂ ਅਮਰਦਾਸ ਜੀ ਦਰਸ਼ਨ ਕਰਦੇ ਰਹੇ। ਹਮਾਊਨ ਜੋ ਗੁਰੂ ਅੰਗਦ ਦੇਵ ਜੀ ਦਰਸ਼ਨ ਕੀਤੇ, ਬਾਬਰ ਨੇ ਗੁਰੂ ਨਾਨਕ ਦੇਵ ਦੇ ਦਰਸ਼ਨ ਕੀਤੇ। ਕਹਿੰਦੇ ਕਿ ਖੁਸਰੋ ਆਇਆ ਸੀ ਤੇ ਸਤਿਗੁਰੂ ਜੀ ਉਹ ਕਹਿੰਦੇ ਕਿ ਮੈਂ ਭੁੱਖਾ ਤੇ ਆਇਆ ਆ, ਮੇਰੇ ਕੋਲ ਕੋਈ ਖਾਣ ਪੀਣ ਵਾਸਤੇ ਕੋਈ ਚੀਜ਼ ਨਹੀਂ ਹੈ। ਕਹਿੰਦੇ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਤੇ ਗੁਰੂ ਘਰ ਦੇ ਵਿੱਚ ਮਹਾਰਾਜ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਤੇ ਉਸ ਗੁਰੂ ਘਰ ਦੇ ਵਿੱਚ ਕਹਿੰਦੇ ਖੁਸਰੋ ਨੇ ਲੰਗਰ ਛਕਿਆ ਸੀ। ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਖੁਸਰੋ ਨੇ 1 ਲੱਖ ਰੁਪਈਆ ਮੰਗਿਆ ਸੀ। ਉਸ ਵਕਤ ਲੱਖ ਰੁਪਈਆ ਬਹੁਤ ਹੁੰਦਾ ਸੀ। ਤੇ ਮਹਾਰਾਜ ਕਹਿੰਦੇ ਤਾਂ ਇਹ ਤਾਂ ਜਿਹੜੀ ਮਾਇਆ ਹੈ, ਭੇਟਾਵਾਂ ਨੇ, ਇਹ ਤਾਂ ਸੰਗਤਾਂ ਵਾਸਤੇ ਹੈ, ਗਰੀਬਾਂ ਵਾਸਤੇ ਹੈ, ਗੁਰੂ ਘਰ ਵਾਸਤੇ। ਇਹ ਤਾਂ ਸਾਡੀ ਮਾਲੀ ਜਾਇਦਾਦ ਨਹੀਂ ਹੈ।
ਕਿ ਅਸੀਂ ਕਿਸੇ ਨੂੰ ਦੇ ਦਈਏ, ਪਰ ਤੁਸੀਂ ਕੁਝ ਮੰਗ ਮੰਗੀ ਹੈ, ਇਹ ਜਿਹੜੀ ਗੋਰਖ ਹੈ ਇਹ ਗਰੀਬਾਂ ਵਾਸਤੇ ਹੈ, ਅਸੀਂ ਤੁਹਾਨੂੰ ਤਾਣਿਆ ਸਮਝ ਕੇ ਅਸੀਂ ਮਾਇਆ ਦੇ ਦਿੰਦੇ ਹਾਂ। ਉਹਨਾਂ ਨੇ ਲਿਖਿਆ ਗਿਆ ਹੈ ਕਿ ਸਤਿਗੁਰੂ ਜੀ ਨੇ 5000 ਰੁਪਏ ਉਸ ਖੁਸਰੋ ਨੂੰ ਦਿੱਤੇ। ਇਹ ਉੱਥੇ ਹੀ ਕਹਿੰਦੇ ਉੱਥੇ ਦਾ ਕੋਈ ਸਿੱਖ ਸੀ ਉੱਥੇ, ਤੇ ਉਹ ਚੰਦੂ ਜਿਹੜਾ ਸੀ, ਇੱਕ ਚੰਦੂ ਹੋਇਆ। ਚੰਦੂ ਜਹਾਂਗੀਰ ਦਾ ਅਹਿਲਕਾਰ ਸੀ, ਕੰਮ ਕਰਦਾ ਸੀ ਚੰਦੂ ਵਾਸਤੇ, ਜਹਾਂਗੀਰ ਵਾਸਤੇ। ਜਿਹੜਾ ਚੰਦੂ ਸੀ ਇਹ ਹਿੰਦੂ ਸੀ, ਇਹ ਖੱਤਰੀ ਜਾਤ ਦਾ ਸੀ, ਵੱਡੇ ਘਰ ਦਾ ਸੀ, ਬਹੁਤ ਤਨਾਟ ਸੀ, ਪੈਸਾ ਵਾਲਾ ਸੀ। ਆਪਣੇ ਵਿੱਚ ਕਹਿੰਦੇ ਕਿ ਉਹਦਾ ਨਾਮ ਸੀ ਉਸ ਇਲਾਕੇ ਦੇ ਵਿੱਚ। ਤੇ ਉੱਥੇ ਕਹਿੰਦਾ ਇੱਕ ਸਿੱਖ ਸੀ, ਤੇ ਉਹਨਾਂ ਨੇ ਚੰਦੂ ਦੇ ਕੋਲ ਜਾ ਕੇ, ਜਿਹੜਾ ਚੰਦੂ ਸੀ, ਜਿਹੜੀ ਗੱਲ ਹੋਈ ਸੀ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਇੱਕ ਸਾਹਿਬਜ਼ਾਦੇ ਹੋਏ ਸ੍ਰੀ ਹਰਗੋਬਿੰਦ ਸਾਹਿਬ, ਇੱਕ ਵਕਤ ਕਹਿੰਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਕਹਿੰਦੇ ਵਿਆਹ ਕਰਨ ਵਾਸਤੇ, ਕਹਿੰਦੇ ਇੱਕ ਸਾਕ ਲੱਭਣ ਵਾਸਤੇ, ਇੱਕ ਰਿਸ਼ਤਾ ਲੱਭਣ ਵਾਸਤੇ ਬ੍ਰਾਹਮਣਾਂ ਨੂੰ ਕਿਹਾ ਗਿਆ ਸੀ। ਤੇ ਉਹਨਾਂ ਨੇ ਲੱਭਦੇ ਕਹਿੰਦੇ ਚੰਦੂ ਨੂੰ ਲੱਭਿਆ, ਕਿਉਂਕਿ ਉਹ ਵੀ ਖੱਤਰੀ ਤੇ ਗੁਰੂ ਵੀ ਖੱਤਰੀ, ਕਹਿੰਦੇ ਘਰ ਵੀ ਕਹਿੰਦੇ ਵੱਡਾ ਸੀ। ਉਹਨਾਂ ਨੇ ਵੇਖਿਆ ਕਿ ਜਿਹੜੇ ਇਹਦੇ ਘਰ ਦੇ ਵਿੱਚ ਇੱਕ ਬੇਟੀ ਵੀ ਹੈ, ਉਹ ਇੱਕ ਸਿੱਖਾਂ ਦੇ ਘਰੋਂ ਆਈ ਹੈ, ਗੁਰੂ ਨੂੰ ਮੰਨਣ ਵਾਲੀ ਹੈ। ਕਹਿੰਦੇ ਉਹਨਾਂ ਨੇ ਸੋਚਿਆ ਕਿ ਚੰਦੂ ਦੀ ਲੜਕੀ ਅਸੀਂ ਗੁਰੂ ਸਾਹਿਬ ਦੇ ਸ੍ਰੀ ਹਰਗੋਬਿੰਦ ਸਾਹਿਬ ਦਾ ਵਿਆਹ ਦਿੰਦੇ ਹਾਂ। ਇਹ ਗੱਲ ਜਦੋਂ ਕਹਿੰਦੇ ਬਣਨ ਲੱਗੀ, ਜੇ ਚੰਦੂ ਨੂੰ ਪੁੱਛਿਆ ਗਿਆ ਕਿ ਕਿਵੇਂ ਤੁਹਾਨੂੰ ਲੱਗੀ ਵੀ ਗੁਰੂ ਘਰ ਦੇ ਵਿੱਚ ਤੁਹਾਡਾ ਹੀ ਬੇਟੀ ਦਾ ਵਿਆਹ ਹੋ ਜਾਵੇ, ਤੇ ਚੰਦੂ ਨੇ ਅੱਗੋਂ ਈਰਖਾ ਦੇ ਵਸ ਹੋ ਕਰਕੇ, ਨਿੰਦਿਆ ਦੇ ਵਿੱਚ ਹੋ ਕਰਕੇ, ਕਹਿੰਦੇ ਇਸ ਤਰ੍ਹਾਂ ਹੈ ਕਿ ਚੁਬਾਰੇ ਦੀ ਮੋਢੀ ਤੇ ਲਾਉਣ ਵਾਲੀ ਗੱਲ ਹੈ। ਕਹਿੰਦੇ ਤੁਸੀਂ ਕਹਿੰਦੇ ਅਸੀਂ ਵੱਡੇ ਕਰਦੇ ਹਾਂ, ਅਸੀਂ ਵੱਡੇ ਕਰਦੇ ਹਾਂ, ਤੇ ਤੁਸੀਂ ਕਹਿੰਦੇ ਛੋਟੇ ਘਰ, ਭਾਵੇਂ ਗੁਰੂ ਘਰ ਨੂੰ ਛੋਟਾ ਕਹਿੰਦਾ, ਛੋਟਾ ਕਹਿ ਰਿਹਾ ਹੈ ਕਿ ਜਿਹੜਾ ਗੁਰੂ ਘਰ ਹੈ ਇਹ ਤਾਂ ਕੋਈ ਵੱਡੀ ਗੱਲ ਨਹੀਂ, ਇਹ ਤੇ ਕਹਿੰਦੇ ਸਾਡੇ ਬਰਾਬਰ ਨਹੀਂ ਹਨ ਸਤਿਗੁਰੂ ਜੀ, ਅਸੀਂ ਤਾਂ ਵੱਡੇ ਹਾਂ, ਅਸੀਂ ਤਾਂ ਜਹਾਂਗੀਰ ਨੂੰ ਮਿਲਣ ਵਾਲੇ ਹਾਂ, ਵੱਡਿਆਂ ਨੂੰ ਮਿਲਣ ਵਾਲੇ ਹਾਂ। ਇਹ ਕੀ ਤੁਸੀਂ ਗੱਲ ਕਹਿ ਦਿੱਤੀ? ਪਰ ਮਨ ਵਿੱਚ ਸੋਚਦਾ ਹੈ ਕਿ ਜਿਹੜੀ ਮੇਰੀ ਬੇਟੀ ਹੈ ਇਹ ਤਾਂ ਕਹਿੰਦੇ ਗੁਰੂ ਦੀ ਮਿਹਰ ਕਹਿਲਾਊਗੀ, that she is the wife of the ਗੁਰੂ। ਕਹਿੰਦੀ ਇਹ ਤਾਂ ਕਹਿੰਦੀ ਮਾੜੀ ਗੱਲ ਨਹੀਂ ਹੈ, ਪਰ ਕਹਿੰਦੇ ਸਾਡੇ ਦੇ ਬਰਾਬਰ ਕੋਈ ਨਹੀਂ ਹੈ। ਉਸ ਵਕਤ ਕਹਿੰਦੇ ਸਿੱਖ ਉੱਥੇ ਉਸ ਗੱਲ ਨੂੰ ਕਹਿੰਦੇ ਸੁਣ ਰਹੇ ਸਨ, ਤੇ ਉਹ ਗੱਲ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਮਨ ਤੇ ਅਸਰ ਪਿਆ ਕਿ ਗੁਰੂ ਨੂੰ ਕਿਸ ਤਰ੍ਹਾਂ ਨਿੰਦਰਿਆ ਹੈ, ਕਿਸ ਤਰ੍ਹਾਂ ਇਹਨਾਂ ਦੇ ਭੱਦੀ ਸ਼ਬਦਾਵਲੀ ਗੁਰੂ ਘਰ ਵਾਸਤੇ, ਗੁਰੂ ਵਾਸਤੇ ਵਰਤੇ ਨੇ ਕਿ ਅਸੀਂ ਵੱਡੇ ਹਾਂ ਤੇ ਗੁਰੂ ਘਰ ਛੋਟਾ ਹੈ। ਕਹਿੰਦੇ ਕਿ ਉਹਨਾਂ ਨੇ ਕੀ ਲਿਖਿਆ, ਉਹਨੇ ਇੱਕ ਚਿੱਠੀ ਲਿਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਤੇ ਕਹਿੰਦੇ ਕਿ ਤੁਸਾਂ ਨੇ ਇਹ ਸਾਕ ਨਹੀਂ ਲੈਣਾ, ਰਿਸ਼ਤਾ ਨਹੀਂ ਲੈਣਾ, ਚੰਦੂ ਹੰਕਾਰੀ ਹੈ, ਚੰਦੂ ਨੇ ਤੁਹਾਡੀ ਨਿੰਦਿਆ ਕੀਤੀ ਹੈ, ਗੁਰੂ ਘਰ ਦੀ ਨਿੰਦਿਆ ਕੀਤੀ ਹੈ, ਇਹ ਮਾੜੀ ਗੱਲ ਹੈ। ਤੇ ਉਸ ਵਕਤ ਫਿਰ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਸਿੱਖਾਂ ਦੇ ਕਹਿੰਦੇ ਅਸੀਂ ਗੱਲ ਮੰਨਦੇ ਹਾਂ। ਫਿਰ ਕਹਿੰਦੇ ਕਿ ਉਸ ਜਦੋਂ ਦੀਵਾਨ ਸੱਜ ਰਿਹਾ ਸੀ, ਤੇ ਦੀਵਾਨ ਦੇ ਵਿੱਚ ਇਹ ਗੱਲ ਦੱਸੀ ਗਈ ਕਿ ਹੁਣ ਕੋਈ ਹੈ ਜਿਹੜੇ ਕਿ ਆਪਣੇ ਬੇਟੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੋਈ ਆਪਣੀ ਬੇਟੀ ਵਿਆਹ ਦੇਵੇ। ਤੇ ਉਸ ਵਕਤ ਕਹਿੰਦੇ ਤਿੰਨ ਜਿਹੜੇ ਪਰਿਵਾਰ ਸਨ ਉਹ ਖੜ ਗਏ ਸਨ। ਇੱਕ ਪਰਿਵਾਰ ਸੀ ਭਾਈ ਪਰਮਹੰਸ, ਕਹਿੰਦੇ ਭਾਈ ਪਾਰੋ ਜੁਲਕਾ ਪਰਮਹੰਸ। ਭਾਈ ਪਾਰੋ ਜੀ ਡੱਲੇ ਦੇ ਰਹਿਣ ਵਾਲੇ ਸਨ, ਗੁਰੂ ਨਾਨਕ ਦੇਵ ਜੀ ਸਿੱਖੀ ਨੂੰ ਕਮਾਈ ਕੀਤੀ ਸੀ, ਗੁਰੂ ਅੰਗਦ ਦੇਵ ਜੀ ਦੇ ਸੰਗਤ ਵਿੱਚ ਆਉਣ ਵਾਲੇ ਸਨ। ਕਹਿੰਦੇ ਉਹ ਰਹਿੰਦੇ ਸਨ ਦਰਿਆ ਦੇ ਪਰਲੇ ਪਾਸੇ। ਕਹਿੰਦੇ ਜਦੋਂ ਖਡੂਰ ਸਾਹਿਬ ਦੀ ਸੇਵਾ ਹੁੰਦੀ ਸੀ, ਗੋਇੰਦਵਾਲ ਜੀ ਸਾਹਿਬ ਹੁੰਦੀ ਸੀ, ਉਹ ਕਹਿੰਦੇ ਆਪਣੇ ਸੁਰਤ ਦੇ ਨਾਲ ਹੀ ਉੱਥੇ ਪਹੁੰਚ ਜਾਂਦੇ ਸਨ। ਫਿਰ ਭਾਈ ਬਾਰੋ ਜੀ ਕਹਿੰਦੇ ਕਿ ਹੋਰ ਵੀ ਜਿੱਥੇ ਡੱਲੀ ਦੀ ਸੰਗਤ ਨੂੰ ਉਹ ਲੈ ਜਾਂਦੇ ਹੁੰਦੇ ਸਨ ਸੇਵਾ ਵਾਸਤੇ। ਕਹਿੰਦੇ ਉਹ ਬ੍ਰਹਮ ਗਿਆਨੀ ਹੋਏ ਨੇ, ਇਹ ਗੁਰਬਾਣੀ ਦੇ ਵਿੱਚ ਵੀ ਉਹਨਾਂ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਆਇਆ, ਉਹਨਾਂ ਨੂੰ ਪਰਮਹੰਸ ਕਿਹਾ ਗਿਆ। ਜਿਸ ਤਰ੍ਹਾਂ ਹੰਸ ਹੁੰਦਾ ਹੈ, ਚਿੱਟਾ ਹੁੰਦਾ ਹੈ ਹੰਸ, ਜਿਹੜੇ ਉਹਨਾਂ ਦਾ ਰੰਗ ਚਿੱਟਾ ਹੈ। ਕਹਿੰਦੇ ਉੱਜਲ ਸੀ, ਚਿੱਟੇ, ਕਹਿੰਦੇ ਉਹ ਮਹਿਲਾ ਸੀ ਉਹਨਾਂ ਦਾ, ਜਿਹੜਾ ਉਹਨਾਂ ਦੀ ਜੀਵਨ ਸੀ ਉਹਨਾਂ ਦਾ ਉਹ ਉੱਜਲ ਸੀ, ਚੰਗਾ ਸੀ, ਨਾਮ ਚ ਰੰਗੀਜ਼ ਸੀ। ਭਾਈ ਪਾਰੋ ਦੇ ਕਹਿੰਦੇ ਜਿਹੜੇ ਦੋਤੀ ਸੀ ਬੀਬੀ ਦਮੋਦਰੀ ਜੀ, ਬੀਬੀ ਦਮੋਦਰੀ ਜੀ ਦਾ ਜਿਹੜਾ ਸਾਕ ਸੀ, ਉਸ ਵਕਤ ਭਾਈ ਨਾਰਾਇਣ ਜੀ ਉਸ ਵਕਤ ਖੜ ਗਏ ਤੇ ਕਹਿੰਦੇ ਅਸੀਂ ਆਪਣੀ ਬੇਟੀ ਆਪਣੇ ਦਮੋਦਰੀ, ਅਸੀਂ ਤੁਹਾਡੇ ਬੇਟੇ ਸ੍ਰੀ ਹਰਗੋਬਿੰਦ ਸਾਹਿਬ ਨਾਲ ਅਸੀਂ ਰਿਸ਼ਤਾ ਕਰਨ ਲਈ ਤਿਆਰ ਹਾਂ। ਫਿਰ ਉਸ ਵਕਤ ਮਾਤਾ ਮਰਵਾਹੀ ਜੀ ਲਾਹੌਰ ਦੇ ਸਨ, ਉਹ ਵੀ ਉੱਠ ਖੜੋਤੇ, ਕਹਿੰਦੇ ਅਸੀਂ ਵੀ ਆਪਣਾ ਬੇਟੀ ਦੀ ਰਿਸ਼ਤਾ ਅਸੀਂ ਤੁਹਾਡੇ ਪੁੱਤਰ ਦੇ ਨਾਲ ਕਰਨ ਦੇ ਅਸੀਂ ਸਹਿਮਤ ਹਾਂ। ਫਿਰ ਤੀਜੇ ਜੋ ਅੰਮ੍ਰਿਤਸਰ ਸਾਹਿਬ ਰਹਿਣ ਵਾਲੇ ਜੋ ਮਾਤਾ ਨਾਨਕੀ ਜੀ ਸਨ, ਉਹਨਾਂ ਦੇ ਜੋ ਬੇਟੀ ਸੀ ਨਾਨਕੀ,
ਉਹਨਾਂ ਦਾ ਵੀ ਕਹਿੰਦੇ ਅਸੀਂ ਰਿਸ਼ਤਾ ਦੇਣ ਲਈ ਤਿਆਰ ਹਾਂ। ਜਿਹੜਾ ਸੀ ਉਹਨਾਂ ਦਾ ਪਿੰਡ ਜਿਹੜਾ ਸੀ ਪਿਛਲਾ ਪਿੰਡ ਬਕਾਲਾ ਸੀ, ਪਰ ਉਹ ਅੰਮ੍ਰਿਤਸਰ ਸਾਹਿਬ ਵਿੱਚ ਰਹਿਣ ਲੱਗ ਪਏ ਸਨ। ਇਸ ਤਰ੍ਹਾਂ ਤਿੰਨ ਜੋ ਰਿਸ਼ਤੇ ਸਨ ਮੇਰੇ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਨਾਲ ਹੋ ਚੁੱਕੇ ਸਨ ਰਿਸ਼ਤੇ। ਪਰ ਚੰਦੂ ਜਿਹੜਾ ਸੀ ਵੀ ਉਸ ਗੱਲ ਤੋਂ ਸੜ ਕਰਦਾ ਸੀ ਵੀ ਸਤਿਗੁਰੂ ਜੀ ਨੇ ਜਿਹੜਾ ਰਿਸ਼ਤਾ ਸੀ ਉਹਨਾਂ ਨੇ ਠੁਕਰਾ ਦਿੱਤਾ। ਫਿਰ ਮੇਰੇ ਸਤਿਗੁਰੂ ਜੀ ਦੀ ਇਹ ਜਿਹੜੀ ਸੀ ਗੱਲ ਹੈ ਕਿ ਖੁਸਰੋ ਕਹਿੰਦੇ ਘਰੇ ਗੁਰੂ ਘਰ ਆਇਆ ਸੀ, ਗੁਰੂ ਨਾਲ ਮਿਲਿਆ ਸੀ। ਇਹ ਗੱਲ ਸਿੱਖਾਂ ਨੇ ਫਿਰ ਉਹਨੂੰ ਚੰਦੂ ਦੇ ਨਾਲ ਜੋ ਗਲਤ ਲੋਕ ਸਨ ਉਹਨਾਂ ਨੇ ਚੰਦੂ ਨੂੰ ਜਾ ਕੇ ਦੱਸੀ। ਚੰਦੂ ਦੇ ਵਿੱਚ ਮਨ ਵਿੱਚ ਖੁਸ਼ੀ ਆਈ ਕਿ ਮੈਂ ਹੁਣ ਜਹਾਂਗੀਰ ਜਾਵਾਂਗਾ ਤੇ ਇਹਦੀ ਇਸ ਗੱਲ ਦੀ ਮੈਂ ਚੁਗਲੀ ਕਰਾਂਗਾ। ਤੇ ਇਹਨਾਂ ਨੇ ਫਿਰ ਕੀ ਕੀਤਾ, ਦਿੱਲੀ ਜਾ ਕਰਕੇ ਜਹਾਂਗੀਰ ਨੂੰ ਮਿਲ ਕਰਕੇ ਇਹ ਗੱਲਾਂ ਦੱਸੀਆਂ ਕਿ ਤੇਰਾ ਬੇਟਾ ਤਾਂ ਪੰਜਾਬ ਜਾ ਕੇ ਆਇਆ। ਤੇ ਉਹਨਾਂ ਨੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਭੋਜਨ ਛਕਾਇਆ, ਲੰਗਰ ਛਕਾਇਆ। ਉਹਨੇ ਫਿਰ ਉਹਨਾਂ ਨੂੰ ਮਾਇਆ ਵੀ ਦਿੱਤੀ। ਜਹਾਂਗੀਰ ਦੇ ਵਿੱਚ ਗੁੱਸਾ ਆਇਆ ਕਿ ਉਹਨਾਂ ਨੂੰ ਤਾਂ ਮੈਂ ਦੇਸ਼ ਨਿਕਾਲਾ ਦਿੱਤਾ ਤੇ ਇਹ ਗੁਰੂ ਉਹਨਾਂ ਦੀ ਮਦਦ ਕਿਉਂ ਕਰ ਰਹੇ ਨੇ। ਇਹ ਤਾਂ ਇੱਕ ਸਗੋਂ ਬਹਾਨਾ ਸੀ ਕਿ ਖੁਸਰੂ ਨੂੰ ਬਹਾਨਾ ਦੇ ਨਾਲ ਗੁਰੂ ਨੂੰ ਲਾਹੌਰ ਸੱਦਣਾ। ਕਿਉਂਕਿ ਜਿਹੜਾ ਜਹਾਂਗੀਰ ਸੀ ਉਹਦੇ ਵਿੱਚ ਇਹ ਸੀ ਕਿ ਜਦੋਂ ਇਹ ਪਾਤਸ਼ਾਹ ਬਣਿਆ ਸੀ ਤੇ ਜਹਾਂਗੀਰ ਨੇ ਇਹ ਈਨ ਮੰਨੀ ਸੀ ਕਿ ਮੈਂ ਸਾਰਿਆਂ ਨੂੰ ਹੀ ਮੁਸਲਮਾਨ ਬਣਾ ਦੇਵਾਂਗਾ, ਮੁਸਲਮਾਨ ਧਰਮ ਨੂੰ ਹੀ ਸਾਰੇ ਪਾਸੇ ਫੈਲਾ ਦੇਵਾਂਗਾ, ਸਾਰਿਆਂ ਨੂੰ ਹੀ ਮੁਸਲਮਾਨ ਬਣਾ ਦੇਵਾਂਗਾ। ਇਹ ਚਾਹੁੰਦਾ ਹੈ, ਕਹਿੰਦਾ ਕਿ ਗੁਰੂ ਨਾਨਕ ਨੇ ਇਹ ਝੂਠ ਦਾ ਕਹਿੰਦਾ ਦੁਕਾਨ ਖੋਲੀ ਹੈ, ਝੂਠ ਦੀ ਦੁਕਾਨ ਖੋਲੀ ਤੇ ਉਹਨਾਂ ਨੇ ਵੀ ਮੁਸਲਮਾਨਾਂ ਨੂੰ ਵੀ ਉਹਨਾਂ ਨੇ ਬਾਣੀ ਪੜ੍ਹਨ ਲਈ ਲਾ ਦਿੱਤਾ। ਕਿਉਂਕਿ ਇੱਕ ਵਜ਼ੀਰ ਖਾਂ ਹੋਇਆ ਜੋ ਅਹਿਲਕਾਰ ਸੀ ਗੁਰੂ ਜਿਹੜਾ ਜਹਾਂਗੀਰ ਦਾ, ਉਹਨਾਂ ਨੇ ਸੁਖਮਣੀ ਸਾਹਿਬ, ਉਹਨਾਂ ਦਾ ਜਲੋਦਰ ਦਾ ਰੋਗ ਸੀ, ਉਹਨਾਂ ਦਾ ਪਿਸ਼ਾਬ ਨਹੀਂ ਸੀ ਆਉਂਦਾ ਤੇ ਉਹਨਾਂ ਪਿਸ਼ਾਬ ਨਾ ਉਹਨਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਹੁਣ ਸੁਖਮਣੀ ਸਾਹਿਬ ਦਾ ਪਾਠ ਕਰੋ। ਸੁਖਮਣੀ ਸਾਹਿਬ ਦਾ ਪਾਠ ਕਰਦੇ ਕਰਦੇ ਉਹਨਾਂ ਨੂੰ ਫਿਰ ਉਹਨਾਂ ਦਾ ਜਲੋਦਰ ਦਾ ਰੋਗ ਜਿਹੜਾ ਸੀ ਉਹ ਦੂਰ ਹੋ ਗਿਆ ਸੀ। ਇਸ ਤਰ੍ਹਾਂ ਜੋ ਮੀਆਂ ਮੀਰ ਸੀ ਇੱਕ ਪੀਰ ਹੋਇਆ, ਉਹਨਾਂ ਨੇ ਵੀ ਸੁਖਮਨੀ ਸਾਹਿਬ ਦਾ ਪਾਠ ਉਹਨਾਂ ਨੇ ਨਿਰੰਤਰ ਰੋਜ਼ ਕਰਨੇ। ਇਤਿਹਾਸ ਤੱਕ ਕਈ ਮੁਸਲਮਾਨਾਂ ਨੇ ਵੀ ਬਾਣੀ ਦਾ ਆਸਰਾ ਲਿਆ। ਇਸ ਗੱਲ ਨੂੰ ਜਹਾਂਗੀਰ ਨਹੀਂ ਸੀ ਜਰ ਸਕਦਾ ਕਿ ਗੁਰੂ ਘਰ ਦੀ ਹੈ ਜਿਹੜਾ ਹੈ ਗੁਰੂ ਘਰ ਦੀ ਵਡਿਆਈ ਜਿਹੜੀ ਹੈ ਇਹ ਉੱਪਰ ਉਜਾਰੀ ਹੈ। ਮੁਸਲਮਾਨ ਵੀ ਜਿਸ ਤਰ੍ਹਾਂ ਭਾਈ ਮੰਝ ਜੀ ਉਹ ਵੀ ਸਖੀ ਸਰਵਰ ਜੋ ਮੁਸਲਮਾਨ ਸਨ, ਉਹ ਵੀ ਉਹਨਾਂ ਦੇ ਚੇਲੇ ਸਨ, ਉਹ ਵੀ ਮੁਸਲਮਾਨ ਸਨ ਪਹਿਲਾਂ ਤੇ ਉਹਨਾਂ ਨੇ ਵੀ ਸਿੱਖੀ ਧਾਰੀ ਤੇ ਅੱਜ ਕਈ ਗੁਰਸਿੱਖਾਂ ਨੇ ਸਿੱਖੀ ਧਾਰੀ। ਇਸ ਗੱਲ ਨੂੰ ਜਹਾਂਗੀਰ ਨੇ ਚੰਗੀ ਨਹੀਂ ਲੱਗੀ। ਇਸ ਗੱਲ ਨੂੰ ਨਾ ਚੰਗੀ ਲੱਗਣ ਕਰਕੇ ਉਹ ਚਾਹੁੰਦਾ ਸੀ ਕਿ ਮੈਂ ਗੁਰੂ ਸਾਹਿਬ ਨੂੰ ਇੱਥੇ ਦਿੱਲੀ ਸੱਦਾਂ। ਅਸਲ ਦੇ ਵਿੱਚ ਜੇ ਦੇਖੀਏ ਕਿ ਗੁਰੂ ਮਹਾਰਾਜ ਦੀ ਸ਼ਹੀਦੀ ਹੋਈ, ਗੁਰੂ ਮਹਾਰਾਜ ਸ਼ਹੀਦੀ ਜਾ ਸੀ ਕਈ ਜ਼ਿਆਦਾਤਰ ਕਹਿੰਦੇ ਹਾਂ ਕਿ ਚੰਦੂ ਦੇ ਸਾਕ ਜਿਹੜੀ ਬੇਟੀ ਦਾ ਸਾਕ ਨਿਆਂ ਲੈਣ ਕਰਕੇ ਹੋਇਆ, ਪਰ ਇਹ ਗਲਤ ਹੈ। ਜ਼ਿਆਦਾਤਰ ਜਿਹੜੀ ਅਸੀਂ ਗੱਲ ਮੰਨਦੇ ਹਾਂ ਕਿ ਜਹਾਂਗੀਰ ਹੀ ਅਸਲ ਦੋਸ਼ੀ ਹੈ। ਪਰ ਇਹ ਜਦੋਂ ਫਿਰ ਗੁਰੂ ਮਹਾਰਾਜ ਨੂੰ ਦਿੱਲੀ ਸੱਦਿਆ ਗਿਆ ਤੇ ਉਹ ਕਹਿੰਦਾ ਸੀ ਕਿ ਜਿਹੜਾ ਹਿੰਦੂ ਤੇ ਸਿੱਖ ਇਹਨਾਂ ਦੇ ਆਪਸੀ ਤਾਲਮੇਲ ਹੈ, ਜੇ ਅਸੀਂ ਹਿੰਦੂਆਂ ਦੇ ਸਿਰ ਤੇ ਮੜ ਦਈਏ ਵੀ ਹਿੰਦੂ ਨੇ ਹੀ ਗੁਰੂ ਮਹਾਰਾਜ ਦੀ ਸ਼ਹੀਦੀ ਕਰਾਈ ਹੈ ਤੇ ਅਸੀਂ ਮੁਸਲਮਾਨ ਤੇ ਅਸੀਂ ਆਪੇ ਚ ਨਿਕਲ ਜਾਵਾਂਗੇ। ਜਹਾਂਗੀਰ ਨੇ ਇਹ ਗੱਲ ਸੋਚੀ ਤੇ ਉਹਨਾਂ ਨੇ ਚਿੱਠੀ ਲਿਖੀ ਕਿ ਕਹਿੰਦੇ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਚਿੱਠੀ ਦੇ ਦਿਓ ਕਿ ਤੁਸੀਂ ਲਾਹੌਰ ਆਓ, ਇਹ ਗੱਲ ਦਾ ਨਿਪਟਾਰਾ ਕਰੋ ਕਿ ਤੁਸੀਂ ਮੁਸਲਮਾਨਾਂ ਦੇ ਖਿਲਾਫ ਕੀ ਕਹਿੰਦੇ ਹੋ। ਤੁਸੀਂ ਨੇ ਕਿਉਂ ਖੁਸਰੋ ਦੀ ਤੁਸੀਂ ਸੇਵਾ ਕੀਤੀ, ਉਹਨੂੰ ਰੱਖਿਆ। ਇਹ ਗੱਲਾਂ ਕਹਿ ਕਰਕੇ ਚਿੱਠੀ ਲਿਖੀ ਗਈ। ਅਹਿਲਦਾਰ ਨੇ ਉਹ ਚਿੱਠੀ ਗੁਰੂ ਮਹਾਰਾਜ ਜੀ ਨੂੰ ਦੇਣ ਵਾਸਤੇ ਦਿੱਲੀ ਤੋਂ ਤੁਰਿਆ, ਅੰਮ੍ਰਿਤਸਰ ਸਾਹਿਬ ਪੁੱਜਾ। ਜਦੋਂ ਅੰਮ੍ਰਿਤਸਰ ਸਾਹਿਬ ਪੁੱਜਿਆ ਤੇ ਮਹਾਰਾਜ ਦੇ ਦਰਸ਼ਨ ਕਰਕੇ ਉਹਨਾਂ ਨੇ ਮੱਥਾ ਟੇਕਿਆ। ਮੱਥਾ ਟੇਕ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਰਾਤ ਹੋਈ, ਰਾਤ ਕੱਟੀ, ਰਾਤ ਘਟ ਗਏ। ਫਿਰ ਉਹਨਾਂ ਨੇ ਸਵੇਰ ਨੂੰ ਉਹ ਚਿੱਠੀ ਗੁਰੂ ਮਹਾਰਾਜ ਦੇ ਨੂੰ ਦਿੱਤੀ। ਅਹਿਲਦਾਰ ਕੀ ਵੇਖਦਾ ਹੈ ਕਿ ਗੁਰੂ ਘਰ ਦੇ ਵਿੱਚ ਤਾਂ ਖੁਸ਼ੀਆਂ ਹੀ ਨੇ, ਇਹ ਤਾਂ ਮਨ ਦੀ ਸ਼ਾਂਤੀ ਮਿਲਦੀ ਹੈ। ਇੱਥੇ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਨਾ ਕੋਈ ਮਾੜੀ ਗੱਲ ਹੈ। ਇੱਥੇ ਤਾਂ ਨਤਾਣਿਆਂ ਨੂੰ ਗਰੀਬਾਂ ਨੂੰ ਤਾਂ ਭੋਜਨ ਮਿਲਦਾ ਹੈ, ਲੰਗਰ ਮਿਲਦਾ ਹੈ। ਇੱਥੇ ਤਾਂ ਕੋਈ ਗੱਲ ਹੀ ਨਹੀਂ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਜਹਾਂਗੀਰ ਨੇ ਚੰਦੂ ਨੇ ਬਣਾ ਦਿੱਤੀ ਹੈ। ਸਗੋਂ ਉਹਨਾਂ ਨੇ ਗੁਰੂ ਮਹਾਰਾਜ ਨੂੰ ਕਿਹਾ ਕਿ ਸਤਿਗੁਰੂ ਜੀ ਅਸੀਂ ਤਾਂ ਤੁਹਾਡੇ ਤੋਂ ਬਲਹਾਰਨੇ ਜਾਂਦੇ ਹਾਂ, ਤੁਸੀਂ ਤਾਂ ਦੀਨ ਦੁਨੀ ਦੇ ਮਾਲਕ ਹੋ। ਇੱਥੇ ਵੀ ਪਾਤਸ਼ਾਹੀ ਤੁਹਾਡੇ, ਉੱਥੇ ਵੀ ਪਾਤਸ਼ਾਹ, ਉਹ ਤਾਂ ਇੱਥੇ ਦਾ ਪਾਤਸ਼ਾਹ ਹੈ, ਤੁਸੀਂ ਤਾਂ ਦੀਨ ਦੁਨੀ ਦੇ ਮਾਲਕ ਹੋ, ਤੁਸੀਂ ਤਾਂ ਮੁਕਤੀ ਦੇਣ ਵਾਲੇ ਹੋ, ਤੇ ਸਾਡੇ ਤੇ ਕਿਰਪਾ ਕਰੋ। ਅਸੀਂ ਤਾਂ ਜੋ ਕੰਮ ਕਰਦੇ ਹਾਂ ਅਸੀਂ ਤਾਂ ਚਿੱਠੀ ਦੇਣ ਵਾਸਤੇ ਆਏ ਹਾਂ, ਪਰ ਸਤਿਗੁਰੂ ਜੀ ਮਹਾਰਾਜ ਤੁਸੀਂ ਤਾਂ ਦੀਨ ਦੁਨੀ ਦੇ ਮਾਲਕ ਹੋ। ਉਹਨਾਂ ਨੇ ਕਿਹਾ, ਸਤਿਗੁਰੂ ਜੀ ਮਹਾਰਾਜ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਕਰ ਰਹੇ ਹੋ,
ਤੁਸੀਂ ਕੋਈ ਚਿੰਤਾ ਨਾ ਕਰੋ, ਤੁਸੀਂ ਜਾ ਕਰਕੇ ਕਹਿ ਦਿਓ ਕਿ ਅਸੀਂ ਆਪ ਖੁਦ ਆਵਾਂਗੇ। ਉਹ ਜਹਾਂਗੀਰ ਚਾਹੁੰਦਾ ਸੀ ਕਿ ਅਹਿਲਦਾਰ ਸਤਿਗੁਰੂ ਨੂੰ ਫੜ ਕਰਕੇ ਲਾਹੌਰ ਲੈ ਆਉਣ, ਪਰ ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਕਿ ਅਸੀਂ ਆਪ ਖੁਦ ਜਾਵਾਂਗੇ। ਅਸੀਂ ਹੁਣ ਸਾਡਾ ਸਮਾਂ ਆਇਆ ਹੈ ਕਿ ਜਾਣ ਦਾ, ਅਸੀਂ ਖੁਦ ਆਪਣੇ ਆਪ ਜਾਵਾਂਗੇ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਨੇ ਕਿਹਾ, ਸਿੱਖਾਂ ਨੂੰ ਕਿਹਾ ਕਿ ਸਾਡਾ ਸਮਾਂ ਨੇੜੇ ਹੈ, ਅਸੀਂ ਹੁਣ ਲਾਹੌਰ ਜਾਵਾਂਗੇ ਤੇ ਵਾਪਸ ਨਹੀਂ ਆਵਾਂਗੇ। ਅਸੀਂ ਵਾਪਸ ਨਹੀਂ ਆਉਣਾ, ਵੀ will not come back, ਅਸੀਂ ਵਾਪਸ ਨਹੀਂ ਆਉਣਾ, ਅਸੀਂ ਹੁਣ ਜਾਣਾ ਹੈ। ਸਾਡੇ ਨਾਲ ਸਿਰਫ ਪੰਜ ਸਿੱਖ ਸਾਡੇ ਨਾਲ ਜਾਣਗੇ। ਵਿਦਿਆ ਜੇਠਾ ਲੰਘ ਪੁਰਾਣਾ ਪੰਚਮ ਪੈੜਾ ਸੰਗ ਸਿਧਾਣਾ। ਵਿਦਿਆ ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਇਹ 5 ਸਿੱਖ ਮਹਾਰਾਜ ਜੀ ਨੇ ਨਾਲ ਰੱਖੇ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਹੁਣ ਤੁਸੀਂ ਗੁਰਤਾ ਗੱਦੀ ਦੀ ਰਸਮ ਅਦਾ ਕਰਨ ਵਾਸਤੇ ਤੇ ਤਿਆਰੀਆਂ ਕਰੋ। ਕਹਿੰਦੇ ਹੁਣ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਬਣਾਉਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਉਹਨਾਂ ਨੇ ਸਤਿਗੁਰੂ ਜੀ ਮਹਾਰਾਜ ਜੀ ਨੇ ਉੱਚੇ ਤਖਤ ਤੇ ਬਿਰਾਜਮਾਨ ਕਰਵਾਇਆ। ਉੱਥੇ ਬੈਠਾ ਕਰਕੇ ਸਤਿਗੁਰੂ ਜੀ ਮਹਾਰਾਜ ਜੀ ਨੇ ਤਿਲਕ ਦੀ ਰਸਮ ਬਾਬਾ ਬੁੱਢਾ ਜੀ ਤੋਂ ਕਰਵਾਈ। 3 ਪ੍ਰਕਰਮਾ ਕਰਵਾ ਕਰਕੇ ਸਤਿਗੁਰੂ ਆਪ 3 ਪ੍ਰਕਰਮਾ ਕੀਤੀਆਂ। ਮੱਥਾ ਟੇਕਿਆ, ਮੱਥਾ ਟੇਕ ਕਰਕੇ ਬਾਬਾ ਬੁੱਢਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਜੀ ਨੇ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਬਣਾ ਦਿੱਤਾ। ਭਾਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਬਹੁਤ ਛੋਟੀ ਸੀ, ਬਹੁਤ ਹੀ ਛੋਟੇ ਸਨ। ਮੇਰੇ ਸਤਿਗੁਰੂ ਜੀ ਮਹਾਰਾਜ 32 ਸਾਲ ਤੇ ਲਗਭਗ, ਕੁਝ 27 ਸਾਲ ਕਹਿੰਦੇ ਨੇ, ਕੁਝ ਕੁ ਸਾਲ ਕਹਿੰਦੇ 30 ਸਾਲ ਦੇ ਲਗਭਗ ਮੇਰੇ ਸਤਿਗੁਰੂ ਜੀ ਮਹਾਰਾਜ ਗੁਰਤਾ ਗੱਦੀ ਤੇ ਰਹੇ। ਲੰਮਾ ਸਮਾਂ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਬਣੇ, ਪਰ ਛੋਟੇ ਉਮਰ ਦੇ ਵਿੱਚ ਹੀ ਮੇਰੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਬਣ ਗਏ ਸਨ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਜੀ ਨੇ ਜਦੋਂ ਕਿਹਾ ਕਿ ਹੁਣ ਤੁਹਾਡੇ ਦੇ ਵਿੱਚ ਸ਼ਕਤੀਆਂ ਆ ਗਈਆਂ ਤੇ ਤੁਸੀਂ ਗੁਰੂ ਬਣੇ, ਫਿਰ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੀ ਅੱਖਾਂ ਦੇ ਵਿੱਚ ਹੰਝੂ ਆ ਗਈਆਂ। ਹੰਝੂ ਆ ਗਏ ਤੇ ਰੋਣ ਲੱਗ ਪਏ ਤੇ ਕਹਿਣ ਲੱਗੇ ਕਿ ਅਸੀਂ ਹੁਣ ਗੁਰੂ ਬਣ ਗਏ। ਕਹਿੰਦੇ ਕਹਿੰਦੇ ਮਨ ਦੇ ਵਿੱਚ, ਸਾਡੇ ਮਨ ਦੇ ਵਿੱਚ ਤਾਂ ਕਹਿੰਦੇ ਤੁਸੀਂ ਹੀ ਗੁਰੂ ਹੋ, ਤੁਸੀਂ ਹੁਣ ਸਾਡੇ ਤੋਂ ਉਹਦਾ ਹੋ ਜਾਣਾ ਹੈ, ਸਾਡੇ ਦੇ ਵਿੱਚ ਇਹ ਨਹੀਂ ਸਹਿਆ ਜਾਣਾ। ਇਸ ਤਰ੍ਹਾਂ ਬਚਨ ਕਰਕੇ ਫਿਰ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਜੋ ਮਾਤਾ ਗੰਗਾ ਜੀ ਇਹਨਾਂ ਦੇ ਮਹਿਲ ਸਨ, ਮਾਤਾ ਗੰਗਾ ਜੀ ਨੂੰ ਫਿਰ ਬਚਨ ਕੀਤੇ ਕਿ ਕਹਿੰਦੇ ਕਿ ਹੁਣ ਕਹਿੰਦੇ ਗੰਗਾ ਤੁਸਾਂ ਨੇ ਹੁਣ ਸਾਡੇ ਨਾਲ ਨਹੀਂ ਜਾਣਾ, ਤੁਸਾਂ ਨੇ ਇੱਥੇ ਹੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣਾ ਹੈ। ਤੁਸਾਂ ਨੇ ਆਪਣੇ ਪੁੱਤਰ ਦੀ ਸੇਵਾ ਕਰਨੀ ਹੈ, ਜਿਸ ਤਰ੍ਹਾਂ ਉਸ ਗੁਰੂ ਬਣ ਗਏ ਹਨ, ਹੁਣ ਉਹਨਾਂ ਦੀ ਸੇਵਾ ਵਿੱਚ ਲੱਗਣਾ ਹੈ। ਤੁਸੀਂ ਆਪਣੇ ਪੋਤੇ ਦੀ ਸੇਵਾ ਵੀ ਕਰਨੀ ਹੈ। ਤੁਸੀਂ ਲੰਬੀ ਆਯੂ ਭੋਗ ਕੇ ਗੁਰੂ ਦੀ ਸੇਵਾ ਕਰਕੇ, ਗੁਰੂ ਘਰ ਦੀ ਸੇਵਾ ਕਰਕੇ ਸੱਚਖੰਡ ਨੂੰ ਜਾਣਾ ਹੈ। ਸਾਡਾ ਸਮਾਂ ਆ ਗਿਆ ਹੈ, ਅਸੀਂ ਹੁਣ ਲਾਹੌਰ ਚੱਲੇ ਹਾਂ। ਅਸੀਂ ਸਿਰਫ 5 ਸਿੱਖਾਂ ਦੇ ਨਾਲ ਲਾਹੌਰ ਜਾਣਾ ਹੈ। ਅਸੀਂ ਭਾਣਾ ਮੰਨਣਾ ਹੈ ਉਸ ਕਾਰਜ ਵਾਹਿਗੁਰੂ ਜੀ ਦਾ, ਤੁਸੀਂ ਇੱਥੇ ਹੀ ਰਹਿਣਾ। ਮਾਤਾ ਗੰਗਾ ਜੀ ਨੇ ਵੀ ਭਾਣਾ ਮੰਨਿਆ ਤੇ ਮੱਥਾ ਟੇਕਿਆ, ਤੇ ਭਾਵੇਂ ਉਹਦੇ ਮਨ ਦੇ ਵਿੱਚ ਵੀ ਵਿਰਾਗ ਸੀ ਕਿ ਮੇਰਾ ਪਤੀ ਹੁਣ ਚੱਲਿਆ ਹੈ, ਪਰ ਫਿਰ ਵੀ ਉਹਨਾਂ ਨੇ ਖੁਸ਼ੀ-ਖੁਸ਼ੀ ਉਹ ਗੱਲ ਮੰਨ ਲਈ ਤੇ ਸਤਿਗੁਰੂ ਜੀ ਮਹਾਰਾਜ ਜੀ ਦਾ ਬਚਨ ਨੂੰ ਅਟਲ ਕਰਕੇ ਮੰਨਿਆ। ਫਿਰ ਮੇਰੇ ਸਤਿਗੁਰੂ ਜੀ ਮਹਾਰਾਜ ਲਾਹੌਰ ਜਾਂਦੇ। ਪਹਿਲਾਂ ਮੇਰੇ ਸਤਿਗੁਰੂ ਜੀ ਮਹਾਰਾਜ ਇੱਕ ਸਿੱਖ ਹੋਏ ਨੇ ਭਾਈ ਸੱਧੂ ਜੀ। ਸੱਧੂ ਦੇ ਘਰੇ ਮੇਰੇ ਸਤਿਗੁਰੂ ਜੀ ਨੇ ਉਤਾਰਾ ਕੀਤਾ। ਉਸ ਘਰ ਦੇ ਵਿੱਚ ਮਹਾਰਾਜ ਜੀ ਨੇ ਫਿਰ ਦਰਸ਼ਨ ਦਿੱਤੇ। ਭਾਈ ਸੱਧੂ ਦੀ ਕਹਿੰਦੇ ਬਹੁਤ ਖੁਸ਼ੀ ਹੋਈ। ਕਹਿੰਦੇ ਉਹਨਾਂ ਨੇ ਸੇਵਾ ਕੀਤੀ, ਕਈ ਤਰ੍ਹਾਂ ਦੇ ਪਕਵਾਨ ਬਣਾਏ, ਲੰਗਰ ਬਣਾਇਆ, ਮਹਾਰਾਜ ਜੀ ਨੂੰ ਛਕਾਇਆ। ਕਹਿੰਦੇ ਕਈ ਸੰਗਤਾਂ ਲਾਹੌਰ ਦੀਆਂ ਸੰਗਤਾਂ, ਕਿਉਂਕਿ ਪਹਿਲਾਂ ਤੋਂ ਹੀ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਤੱਕ ਲਾਹੌਰ ਦੇ ਵਿੱਚ ਸਤਿਗੁਰੂ ਜੀ ਜਾਂਦੇ ਰਹੇ। ਉੱਥੇ ਦੀਆਂ ਸੰਗਤਾਂ ਬਹੁਤ ਸਨ, ਜਿਹੜੀਆਂ ਉੱਥੇ ਸੰਗਤਾਂ ਰਹਿੰਦੀਆਂ ਸਨ, ਗੁਰੂ ਘਰ ਦੀ ਸਿੱਖੀ ਸੇਵਕੀ ਸੀ। ਉਸ ਥਾਂ ਤੇ ਜਿਹੜੀਆਂ ਸੰਗਤਾਂ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਆਏ ਹਨ। ਉੱਥੇ ਫਿਰ ਮਹਾਰਾਜ ਜੀ ਰਹੇ ਤੇ ਕਈ ਦਿਨਾਂ ਵਾਸਤੇ ਉੱਥੇ ਸੰਗਤ ਹੁੰਦਾ ਰਿਹਾ। ਮਹਾਰਾਜ ਜੀ ਸਵੇਰੇ ਸ਼ਾਮ ਨਾਮ ਦਾ ਮਹਾਰਾਜ ਦੀਵਾਨ ਸੁਣਾਉਂਦੇ। ਮਹਾਰਾਜ ਜੀ ਨਾਮ ਦਾ ਦਾਨ ਸਤਿਗੁਰੂ ਜੀ ਮਹਾਰਾਜ ਸਾਰਿਆਂ ਨੂੰ ਬਖਸ਼ਦੇ। ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਮਹਾਰਾਜ ਉੱਥੇ ਮਹਾਰਾਜ ਜੀ ਉੱਥੇ ਰਹੇ। ਫਿਰ ਜਦੋਂ ਚੰਦੂ ਨੂੰ ਪਤਾ, ਇੱਕ ਵਾਰ ਮਹਾਰਾਜ ਜੀ ਪਾਲਕੀ ਦੇ ਵਿੱਚ ਜਾ ਰਹੇ ਸਨ,
ਰਾਵੀ ਤੱਕ ਜਾ ਰਹੇ ਸਨ, ਪਾਲਕੀ ਵਿੱਚ ਬੈਠੇ ਸਨ, ਕਈ ਅਰਧ ਗਿਰਦ ਕਈ ਸੰਗਤਾਂ ਖੜੀਆਂ ਸਨ, ਨਾਲ ਮਹਾਰਾਜ ਜੀ ਤੁਰ ਰਹੇ ਸਨ, ਜਾ ਰਹੇ ਸਨ। ਤੇ ਉਸ ਵਕਤ ਇੱਕ ਚੰਦੂ ਦਾ ਅਹਿਲਕਾਰ ਸੀ, ਚੰਦੂ ਦਾ ਬੰਦਾ ਸੀ, ਉਹਨੇ ਵੇਖਿਆ ਕਿ ਇਤਨੀ ਸੰਗਤ ਕਿੱਥੇ ਜਾ ਰਹੀ ਹੈ, ਕੌਣ ਹੈ। ਜਾਂ ਤਾਂ ਕਹਿੰਦੇ ਕੋਈ ਵੱਡਾ ਬੰਦਾ ਹੈ ਜਿਹੜਾ ਪਾਲਕੀ ਦੇ ਵਿੱਚ ਬੈਠਾ ਹੈ, ਕਿਉਂਕਿ ਉਸ ਵਕਤ ਗੱਡੀਆਂ ਨਹੀਂ ਸਨ, ਪਾਲਕੀ ਹੀ ਵੱਡੀ ਮੰਨੀ ਜਾਂਦੀ ਸੀ। ਜੇ ਕੋਈ ਕਿਸੇ ਨੇ ਲੈ ਕੇ ਜਾਣਾ ਹੁੰਦਾ ਸੀ ਤੇ ਪਾਲਕੀ ਵਿੱਚ ਬੈਠਦੇ ਸਨ। ਤੇ ਪਾਲਕੀ ਦੇ ਕੋਈ ਵੱਡਾ ਬੰਦਾ ਹੋਊਗਾ, ਜਹਾਂਗੀਰ ਦਾ ਮੇਨ ਕੋਈ ਬੰਦਾ ਹੋਊਗਾ। ਜਦੋਂ ਦੇਖਿਆ, ਜਿਹਨੂੰ ਪੁੱਛਿਆ, ਕਹਿੰਦੇ ਇਹ ਗੁਰੂ ਨਾਨਕ ਦੇ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹਨ। ਇਹ ਲਾਹੌਰ ਆਏ ਹਨ ਤੇ ਇਹ ਹੁਣ ਸੰਗਤਾਂ ਉਹਨਾਂ ਦੀ ਸੇਵਾ ਕਰ ਰਹੇ ਹਨ ਤੇ ਕਹਿੰਦੇ ਉਹ ਉਜਾਰੇ ਹਨ। ਫਿਰ ਚੰਦੂ ਨੇ ਫਿਰ ਜਹਾਂਗੀਰ ਤੱਕ ਗੱਲ ਕੀਤੀ ਕਿ ਮਹਾਰਾਜ ਕਹਿੰਦੇ ਕਿ ਗੁਰੂ ਅਰਜਨ ਨੇ ਸਿੱਖਾਂ ਦਾ ਪੀਰ ਤਾਂ ਲਾਹੌਰ ਆਏ ਹਨ ਪਰ ਸਾਡੇ ਤੱਕ ਅਜੇ ਪਹੁੰਚੇ ਨਹੀਂ ਹਨ, ਇਹ ਕੀ ਗੱਲ ਹੈ। ਕਹਿੰਦੇ ਉਹਨਾਂ ਨੂੰ ਇੱਥੇ ਸੱਦੋ। ਫਿਰ ਜਹਾਂਗੀਰ ਨੇ ਬੰਦੇ ਘੱਲ ਕੇ ਉਹਨਾਂ ਨੂੰ ਮਹਾਰਾਜ ਜੀ ਨੂੰ ਸੱਦਿਆ। ਸੱਦ ਕਰਕੇ ਫਿਰ ਮਹਾਰਾਜ ਜਹਾਂਗੀਰ ਦੇ ਕਚਹਿਰੀ ਵਿੱਚ ਗਏ, ਉਹ ਮਹਿਲਾਂ ਵਿੱਚ ਗਏ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਉੱਚੇ ਥਾਂ ਤੇ ਇੱਕ ਪਲੰਘ ਢਾਹ ਕਰਕੇ ਉੱਥੇ ਮਹਾਰਾਜ ਜੀ ਨੂੰ ਸਜਾਇਆ। ਮਹਾਰਾਜ ਜੀ ਬਿਰਾਜਮਾਨ ਹੋਏ, ਵੱਡੇ ਸਤਿਗੁਰੂ ਜੀ ਮਹਾਰਾਜ ਪਲੰਘ ਤੇ ਬਿਰਾਜਮਾਨ ਹੋਏ। ਜਹਾਂਗੀਰ ਨੇ ਮੱਥਾ ਟੇਕਿਆ, ਅਦਬ ਸਤਿਕਾਰ ਕੀਤਾ। ਫਿਰ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਤੁਸੀਂ ਗ੍ਰੰਥ ਰਚਿਆ ਹੈ, ਤੁਸੀਂ ਨੇ ਬਾਣੀ ਰਚੀ ਹੈ, ਕਹਿੰਦੇ ਇਸ ਦੇ ਵਿੱਚ ਕਹਿੰਦੇ ਤੁਸੀਂ ਮੁਹੰਮਦ ਸਾਹਿਬ ਦੀ ਕੋਈ ਉਸਤਤੀ ਲਿਖੋ। ਮਹਾਰਾਜ ਜੀ ਕਹਿੰਦੇ ਕਿ ਇਹ ਬਾਣੀ ਅਟਲ ਹੈ, ਇਹ ਅਕਾਲ ਪੁਰਖ ਤੋਂ ਆਈ ਹੈ, ਜੋ ਅਕਾਲ ਪੁਰਖ ਨੇ ਸਾਨੂੰ ਕਿਹਾ ਹੈ ਉਹੀ ਲਿਖੀ ਗਈ ਹੈ, ਕੋਈ ਹੋਰ ਗੱਲ ਇਹਦੇ ਵਿੱਚ ਨਹੀਂ ਲਿਖੀ ਜਾ ਸਕਦੀ। ਅਟਲ ਹੈ, ਸੱਚੀ ਹੈ, ਬਾਣੀ ਹੈ। ਕਹਿੰਦੇ ਕਿ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਲਿਖੀ ਜਾ ਸਕਦੀ। ਫਿਰ ਚੰਦੂ ਨੇ ਕਿਹਾ ਕਿ ਜੋ ਇਹ ਰਿਸ਼ਤਾ ਸੀ ਤੁਸੀਂ ਨੇ ਠੁਕਰਾਇਆ ਹੈ, ਇਸ ਰਿਸ਼ਤੇ ਨੂੰ ਤੁਸੀਂ ਸਿਰਫ ਸਵੀਕਾਰ ਕਰੋ। ਮਹਾਰਾਜ ਜੀ ਕਹਿੰਦੇ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਸਕਦੇ, ਇਹ ਬਚਨ ਵਾਹਿਗੁਰੂ ਜੀ ਦਾ ਹੈ, ਇਹ ਰਿਸ਼ਤੇ ਵਾਹਿਗੁਰੂ ਜੀ ਨੇ ਬਣਾਏ ਹਨ, ਜੋ ਹੁਣ ਬਚਨ ਹੋ ਗਏ ਹਨ ਅਸੀਂ ਹੁਣ ਇਸ ਨੂੰ ਬਦਲ ਨਹੀਂ ਸਕਦੇ। ਫਿਰ ਸਤਿਗੁਰੂ ਜੀ ਨੂੰ ਕਿਹਾ ਗਿਆ ਕਿ ਤੁਸੀਂ ਇਸਲਾਮ ਧਰਮ ਨੂੰ ਕਬੂਲੋ, ਤੁਸੀਂ ਇਸਲਾਮ ਵਿੱਚ ਹੋ, ਤੁਸੀਂ ਮੁਸਲਮਾਨ ਬਣ ਜਾਓ। ਸਤਿਗੁਰੂ ਜੀ ਕਹਿੰਦੇ ਕਿ ਅਸੀਂ ਕੋਈ ਇਸਲਾਮ ਧਰਮ ਨੂੰ ਕੋਈ ਕਿਸੇ ਗੱਲ ਨੂੰ ਅਸੀਂ ਮੰਨਾਂਗੇ, ਅਸੀਂ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੇ ਰਜ਼ਾ ਵਿੱਚ ਰਹਿਣ ਵਾਲੇ ਹਾਂ। ਕਹਿੰਦੇ ਅਸੀਂ ਕੋਈ ਖੁਸ਼ਾਮਦੀ ਕਰਨ ਵਾਸਤੇ ਲਾਹੌਰ ਨਹੀਂ ਆਏ, ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰੋ। ਫਿਰ ਕਹਿੰਦੇ ਜਹਾਂਗੀਰ ਉੱਥੋਂ ਚਲਿਆ ਗਿਆ ਸੀ ਤੇ ਉਹਨੇ ਚੰਦੂ ਦੇ ਸਿਰ ਮੜ ਦਿੱਤਾ। ਕਹਿੰਦੇ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਸੀਂ ਕਰ ਸਕਦੇ ਹੋ, ਇਹ ਜੋ ਵੀ ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਤੁਸੀਂ ਕਰ ਲਵੋ। ਫਿਰ ਕਹਿੰਦੇ ਕਿ ਚੰਦੂ ਨੇ ਫਿਰ ਸਤਿਗੁਰੂ ਜੀ ਮਹਾਰਾਜ ਜੀ ਨੂੰ ਆਪਣੇ ਘਰੇ ਲੈ ਕੇ ਗਏ। ਜਿਹੜੇ 5 ਸਿੱਖ ਸਨ, ਕਹਿੰਦੇ ਜਦੋਂ ਘਰ ਨੂੰ ਵੜਨ ਲੱਗੇ ਹੀ ਪਹਿਲਾਂ ਹੀ ਡਿਓੜੀ ਦੇ ਵਿੱਚ ਹੀ ਉਹਨਾਂ 5 ਸਿੱਖਾਂ ਨੂੰ ਕੈਦ ਕਰ ਰੱਖ ਦਿੱਤਾ। ਉਸ ਥਾਂ ਦੇ ਰੱਖ ਕਰਕੇ ਫਿਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਹਿੰਦੇ ਆਪਣੇ ਘਰ ਦੇ ਵਿੱਚ ਹੀ ਰੱਖਿਆ ਗਿਆ। ਜੇਠ ਦਾ ਮਹੀਨਾ ਸੀ, ਜੇਠ ਦੇ ਮਹੀਨੇ ਦੇ ਵਿੱਚ ਬਹੁਤ ਗਰਮੀ ਪੈਂਦੀ ਹੈ। ਗਰਮੀ ਪੈਣ ਕਰਕੇ ਕਹਿੰਦੇ ਪਹਿਲਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਖਾਣ ਵਾਸਤੇ ਨਾ ਪੀਣ ਵਾਸਤੇ ਕੁਝ ਦਿੱਤਾ ਗਿਆ। ਕਹਿੰਦੇ ਭੁੱਖੇ ਪਿਆਏ ਹੀ ਮਹਾਰਾਜ ਨੂੰ ਰੱਖਿਆ ਗਿਆ, ਪਰ ਜਿਹੜੇ ਬ੍ਰਹਮ ਦੇ ਵਿੱਚ ਲੀਨ ਵਾਲੇ ਨੇ, ਬ੍ਰਹਮ ਸਰੂਪ ਨੇ, ਉਹਨਾਂ ਨੂੰ ਨਾ ਕੋਈ ਪਾਣੀ ਦੀ ਲੋੜ ਹੁੰਦੀ ਹੈ ਨਾ ਕੋਈ ਖਾਣ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਸਿਰਫ ਤੇ ਸਿਰਫ ਆਹਾਰ ਵਾਹਿਗੁਰੂ ਦਾ ਨਾਮ ਹੀ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਬਾਣੀ ਦੇ ਵਿੱਚ ਕਿ ਇਹ ਜਿਹੜਾ ਭੋਜਨ ਹੈ ਇਹ ਵਾਹਿਗੁਰੂ ਨਾਮ ਹੀ ਸਾਡਾ ਭੋਜਨ ਹੈ। ਤੇ ਸਤਿਗੁਰੂ ਜੀ ਪਹਿਲੇ ਦਿਨ ਪਹਿਲਾਂ ਭੁੱਖੇ ਤਿਹਾਏ ਰੱਖਿਆ ਗਿਆ। ਫਿਰ ਦੂਸਰੇ ਦਿਨ ਮਹਾਰਾਜ ਜੀ ਨੂੰ ਕਹਿੰਦੇ ਉਬਲਦੀ ਦੇਗ ਦੇ ਵਿੱਚ ਬਿਠਾਇਆ ਗਿਆ। ਉਬਲਦੀ ਦੇਗ ਦੇ ਵਿੱਚ ਕਹਿੰਦੇ ਥੱਲੇ ਕਹਿੰਦੇ ਅੱਗ ਰਚੀ ਗਈ। ਮਹਾਰਾਜ ਜੀ ਨੂੰ ਦੇਗ ਵਿੱਚ ਬਿਠਾਇਆ ਗਿਆ। ਕਹਿੰਦੇ 24 ਘੰਟਿਆਂ ਵਾਸਤੇ ਭਾਵ 8 ਪਹਿਰਾਂ ਵਾਸਤੇ 24 ਘੰਟੇ ਇੱਕ ਦਿਨ ਵਾਸਤੇ ਮਹਾਰਾਜ ਜੀ ਨੂੰ ਕਹਿੰਦੇ ਉਸ ਉਬਲਦੀ ਦੇਗ ਦੇ ਵਿੱਚ ਰੱਖਿਆ ਗਿਆ। ਕਹਿੰਦੇ ਮਹਾਰਾਜ ਜੀ ਨੇ ਸੀ ਤੱਕ ਨਹੀਂ ਕੀਤੀ। ਮਹਾਰਾਜ ਜੀ ਕਹਿੰਦੇ ਉਸ ਅਡੋਲ ਚਿੱਤ ਕਹਿੰਦੇ ਉਸ ਦੇਗ ਦੇ ਵਿੱਚ ਬੈਠੇ ਰਹੇ। ਕਹਿੰਦੇ ਕਦੇ ਮਹਾਰਾਜ ਨੇ ਕੁਝ ਨਹੀਂ ਕਿਹਾ। ਸਿਰਫ ਇਸੇ ਕਹਿੰਦੇ ਕਿ ਤੇਰਾ ਭਾਣਾ ਵਾਹਿਗੁਰੂ ਜੋ ਵੀ ਹੈ, ਜੋ ਵੀ ਤੁਸੀਂ ਕਰ ਰਹੇ ਹੋ ਉਹ ਅਟਲ ਹੈ, ਸੱਚ ਹੈ। ਅਸੀਂ ਮਿੱਠਾ ਕਰਕੇ ਮੰਨ ਰਹੇ ਹਾਂ
ਫਿਰ ਸਤਿਗੁਰੂ ਜੀ ਮਹਾਰਾਜ ਨੂੰ ਕਹਿੰਦੇ ਦੂਸਰੇ ਦਿਨ ਕਹਿੰਦੇ ਤੱਤੀ ਰੇਤ ਦੇ ਕਹਿੰਦੇ ਬਿਠਾਇਆ ਗਿਆ। ਕਹਿੰਦੇ ਰੇਤੇ ਨੂੰ ਕਹਿੰਦੇ ਅੱਗ ਦੇ ਵਿੱਚ ਤਪਾ ਕੇ ਫਿਰ ਸਤਿਗੁਰੂ ਜੀ ਮਹਾਰਾਜ ਨੂੰ ਬਿਠਾਇਆ ਗਿਆ। ਫਿਰ ਕਹਿੰਦੇ ਮਹਾਰਾਜ ਜੀ ਉੱਤੇ ਦੀ ਕਹਿੰਦੇ ਤੱਤੀ ਰੇਤ ਪਵਾਇਆ ਗਿਆ। ਦੇਖੋ ਪਹਿਲਾਂ ਸਤਿਗੁਰੂ ਜੀ ਮਹਾਰਾਜ ਨੂੰ ਉਹਦੀ ਦੇਗ ਵਿੱਚ ਬਿਠਾਇਆ ਗਿਆ। ਕਿਤੇ ਨੇ ਮਹਾਰਾਜ ਜੀ ਦੇ ਕਹਿੰਦੇ ਸਰੀਰ ਦੇ ਉੱਤੇ ਛਾਲੇ ਹੋਏ, ਖੂਨ ਦੇ ਲਪਟ ਹੋਏ। ਫਿਰ ਕਹਿੰਦੇ ਮਹਾਰਾਜ ਜੀ ਨੂੰ ਤੱਤੀ ਰੇਤ ਬਾਲੂ ਦੇ ਉੱਤੇ ਕਹਿੰਦੇ ਬਿਠਾਇਆ ਗਿਆ। ਫਿਰ ਕਹਿੰਦੇ ਇਹ 24 ਘੰਟਿਆਂ ਵਾਸਤੇ ਕਹਿੰਦੇ 8 ਫਿਰ ਇੱਕ ਦਿਨ ਵਾਸਤੇ ਮੇਰੇ ਸਤਿਗੁਰੂ ਜੀ ਤੱਤੀ ਰੇਤ ਤੇ ਬੈਠੇ ਤੇ ਤੱਤੀ ਰੇਤਾਂ ਉਹਨਾਂ ਦੇ ਸਰੀਰ ਪਿੰਡੇ ਤੇ ਕਹਿੰਦੇ ਪੈਂਦੀ ਰਹੀ। ਫਿਰ ਕਹਿੰਦੇ ਕਿ ਸਤਿਗੁਰੂ ਜੀ ਮਹਾਰਾਜ ਨੂੰ ਕਹਿੰਦੇ ਉਸ ਵਕਤ ਇੱਕ ਗੋਰਖਨਾਥ ਯੋਗੀ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਮੇਰ ਪਰਬਤ ਤੇ ਗਏ ਸਨ, ਉਸ ਸਮੇਰ ਪਰਬਤ ਤੇ ਕਹਿੰਦੇ ਗੁਰੂ ਨਾਨਕ ਦੇਵ ਜੀ ਗੋਰਖਨਾਥ ਨੂੰ ਮਿਲੇ ਸਨ। ਉਹ ਗੋਰਖਨਾਥ ਗੁਰੂ ਘਰ ਦੀ ਵਡਿਆਈ ਨੂੰ ਤੋਂ ਜਾਣੂ ਸਨ। ਪਤਾ ਲੱਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਸਰੂਪ ਲਾਹੌਰ ਗਏ ਹੁਣ ਤੇ ਸ਼ਹੀਦੀ ਪਾਉਣ ਲਈ ਤਿਆਰ ਹਨ। ਉਸ ਥਾਂ ਤੇ ਗਏ ਤੇ ਗੁਰੂ ਮਹਾਰਾਜ ਜੀ ਨੂੰ ਮਿਲੇ। ਕਹਿੰਦੇ 84 ਸਿੱਧ ਉਹਨਾਂ ਦੇ ਨਾਲ ਗਏ ਸਨ। ਕਹਿੰਦੇ ਉਹ 84 ਸਿੱਧਾਂ ਨੂੰ ਪਹਿਰੇ ਤੇ ਲਾ ਦਿੱਤਾ ਤੇ ਗੋਰਖਨਾਥ ਗੁਰੂ ਮਹਾਰਾਜ ਜੀ ਨੂੰ ਮਿਲੇ। ਗੋਰਖਨਾਥ ਨੇ ਗੁਰੂ ਮਹਾਰਾਜ ਨੂੰ ਕਿਹਾ ਕਿ ਤੁਸੀਂ ਸਾਨੂੰ ਇਸ਼ਾਰਾ ਕਰੋ ਤੇ ਅਸੀਂ ਇਸ ਕਾਰਨਾਮੇ ਨੂੰ ਇੱਥੇ ਠੱਲ ਪਾਈਏ ਤੇ ਉਹ ਮੁਗਲ ਸਲਤਨਤ ਨੂੰ ਅਸੀਂ ਸਮਝਾ ਦਈਏ ਕਿ ਕਿਸੇ ਪੀਰ ਪੈਗੰਬਰ ਔਲੀਆ ਅਵਤਾਰ ਦੇ ਨਾਲ ਇਸ ਤਰ੍ਹਾਂ ਨਾ ਕਰਨ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਕਿ ਇਹ ਭਾਣਾ ਹੈ। ਜੇ ਅਸੀਂ ਭਾਣਾ ਮੰਨਾਂਗੇ ਹੁਣ ਫਿਰ ਅੱਗੇ ਜਾ ਕਰਕੇ ਸਾਡੇ ਸਿੱਖ ਵੀ ਭਾਣਾ ਮੰਨਣਗੇ। ਭਾਣੇ ਦੀ ਉਹਦੀ ਤਾਂ ਕੋਈ ਕਿਸੇ ਨੂੰ ਹੋਣਾ ਪੈਣਾ ਹੈ, ਕਿਸੇ ਨੂੰ ਤਾਂ ਦਿਖਾਉਣਾ ਪੈਣਾ ਹੈ ਕਿ ਸਾਬਕ ਸਿੱਧਕ ਸ਼ਹੀਦ ਭਰਭੁਖ ਹੋਣਾ ਕਿ ਸ਼ਹੀਦ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਕਿਸ ਤਰ੍ਹਾਂ ਦੀ ਕਹਿੰਦੇ ਕਿ ਕਈ ਜੇ ਅਸੀਂ ਨਾ ਭਾਣਾ ਮੰਨਾਂਗੇ ਤੇ ਫਿਰ ਲੋਕਾਂ ਨੇ ਕਹਿਣਾ ਤਾਂ ਗੁਰੂਆਂ ਨੇ ਤਾਂ ਕੀਤਾ ਨਹੀਂ, ਅਸੀਂ ਕਿਉਂ ਇਸ ਤਰ੍ਹਾਂ ਕਰੀਏ। ਜੇ ਕੋਈ ਮੁਸੀਬਤ ਵਿੱਚ ਹੈ ਤਾਂ ਇਸ ਤਰ੍ਹਾਂ ਉਹਨਾਂ ਨੇ ਕਹਿ ਦੇਣਾ, ਕਹਿੰਦੇ ਉਹ ਕੰਧਾ ਢਾਹ ਕੇ ਕਹਿੰਦੇ ਬਹਿ ਜਾਣਾ ਕਿ ਅਸੀਂ ਹੁਣ ਕੀ ਕਰੀਏ, ਰੋਹ ਪੈਣਾ ਕਿ ਅਸੀਂ ਕੀ ਕਰੀਏ। ਪਰ ਨਹੀਂ, ਸਿੱਖ ਜਿਹੜਾ ਹੈ ਮੇਰਾ ਸਿੱਖ ਕਹਿੰਦੇ ਮਨ ਬਾਣੀ ਸਰੀਰ ਕਰਕੇ ਤਕੜਾ ਹੋਵੇਗਾ, ਭਾਣਾ ਮੰਨਣ ਵਾਲਾ ਹੋਵੇਗਾ। ਜਿਸ ਤਰ੍ਹਾਂ ਵੇਖਦੇ ਹਾਂ ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ ਇਤਿਆਦਿ ਕਿੰਨੇ ਸਿੱਖ ਹੋਏ ਨੇ। ਕਹਿੰਦੇ ਉਹ ਗੁਰੂ ਅਰਜਨ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਮਾਤਾ ਗੁਜਰੀ ਜੀ ਨੇ ਆਪਣੇ ਵੱਡਿਆਂ ਦੇ ਗੁਰੂ ਅਰਜਨ ਦੇਵ ਜੀ ਸਾਖੀਆਂ ਸੁਣਾ ਕਰਕੇ ਉਹਨਾਂ ਨੂੰ ਵੱਡੇ ਕੀਤਾ, ਉਹਨਾਂ ਨੂੰ ਇੰਨੇ ਤਗੜੇ ਕੀਤੇ ਕਿ ਉਹ ਸ਼ਹੀਦੀਆਂ ਉਹ ਕੰਧਾਂ ਦੇ ਵਿੱਚ ਨੀਹਾਂ ਵਿੱਚ ਕਹਿੰਦੇ ਚਿਣਾ ਕੇ ਸ਼ਹੀਦੀ ਪਾ ਸਕਣ। ਇਸ ਤਰ੍ਹਾਂ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਹਿੰਦੇ ਕਿ ਅਸਾਂ ਨੇ ਹੁਣ ਕੋਈ ਨਹੀਂ ਇਸ ਤਰ੍ਹਾਂ ਅਸੀਂ ਭਾਣਾ ਮੰਨਣਾ ਹੈ। ਪਰ ਹਾਂ, ਛੇਵੇਂ ਸਰੂਪ ਦੇ ਵਿੱਚ ਮੇਰੇ ਬੇਟੇ ਨੇ, ਮੇਰੇ ਸਾਹਿਬਜ਼ਾਦਿਆਂ ਨੇ, ਮੈਂ ਉਹਨਾਂ ਨੂੰ ਵੀ ਉੱਥੇ ਭਜਨ ਕਰ ਆਇਆ ਹਾਂ ਕਿ ਤੁਸਾਂ ਨੇ ਹੁਣ ਸ਼ਸਤਰ ਪਹਿਨ ਕਰਕੇ ਤੁਸਾਂ ਨੇ ਜ਼ੁਲਮਾਂ ਦਾ ਨਾਸ਼ ਕਰਨਾ ਹੈ, ਅਕਾਲ ਤਖਤ ਰਚਾਉਣਾ ਹੈ, ਤੁਸਾਂ ਨੇ ਜ਼ੁਲਮ ਦਾ ਨਾਸ਼ ਕਰਨਾ ਹੈ, ਤੁਸਾਂ ਨੇ ਹੁਣ ਜੰਗ ਕਰਨੇ ਹਨ। ਪਰ ਸਾਡਾ ਇਹ ਬਿਰਧ ਹੈ ਕਿ ਅਸਾਂ ਸ਼ਾਂਤ ਸਰੂਪ ਹੋ ਕਰਕੇ ਅਸੀਂ ਸ਼ਹੀਦੀ ਪਾਉਣੀ ਹੈ। ਉਸ ਵਕਤ ਵੀ ਕਹਿੰਦੇ ਮੀਆਂ ਮੀਰ ਵੀ ਆਇਆ ਸੀ, ਮੁਸਲਮਾਨਾਂ ਦਾ ਜੋ ਪੀਰ ਸੀ ਉਹ ਵੀ ਆ ਗਿਆ ਸੀ ਤੇ ਉਹਨਾਂ ਨੇ ਵੀ ਕਿਹਾ ਸੀ, ਪਰ ਉਹਨਾਂ ਨੇ ਵੀ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਹੁਣ ਵਾਹਿਗੁਰੂ ਦੇ ਕਹਿੰਦੇ ਭਾਣੇ ਵਿੱਚ ਰਹੋ। ਕਹਿੰਦੇ ਇੱਕ ਵਾਰ ਤੁਸਾਂ ਨੇ ਜੋ ਅਸ਼ਟਪਦੀ ਸਤਵੇਂ ਅਸ਼ਟਪਦੀ ਜੋ ਸੁਖਮਨੀ ਸਾਹਿਬ ਦੀ ਅਸ਼ਟਪਦੀ ਹੈ ਤੁਸਾਂ ਨੇ ਉਹਦੇ ਅਰਥ ਸਮਝਾਏ ਤੇ ਕਹਿੰਦੇ ਪੁੱਛਿਆ ਸੀ ਤੇ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਦਾ ਕੋਈ ਹੈ ਜਿਹੜਾ ਕਿ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮੇਂ ਕਮਲ ਅਲੇਵ, ਇਸ ਤਰ੍ਹਾਂ ਦਾ ਕੋਈ ਹੈ। ਕਹਿੰਦੇ ਹੁਣ ਤੁਸੀਂ ਦਰਸ਼ਨ ਕਰੋ। ਕਹਿੰਦੇ ਅਸੀਂ ਇਸ ਤਰ੍ਹਾਂ ਆਪਣੇ ਸਿੱਖਾਂ ਨੂੰ ਕਹਿੰਦੇ ਅਸੀਂ ਤਾਕਤਵਰ ਬਣਾ ਰਹੇ ਹਾਂ। ਮੀਆਂ ਮੀਰ ਦੇ ਕਹਿੰਦੇ ਅੱਖਾਂ ਵਿੱਚ ਅਥਰੂ ਆਏ ਗਏ ਸਨ, ਪਰ ਮਹਾਰਾਜ ਜੀ ਦੇ ਕਹਿੰਦੇ ਇਤਨਾ ਕਹਿੰਦੇ ਉਹਨਾਂ ਦਾ ਉੱਚਾ ਸੁੱਚਾ ਮਹਾਰਾਜ ਦਾ ਜੀਵਨ ਕਿ ਇੱਕ ਅਥਰੂ ਵੀ ਨਹੀਂ ਡਿਗਾਇਆ, ਨਾ ਕੋਈ ਸੀ ਕੀਤੀ। ਮਹਾਰਾਜ ਅਡੋਲ ਚਿੱਤ ਕਹਿੰਦੇ ਬਾਲੂ ਤੇ ਰੇਤੇ ਤੇ ਬੈਠੇ ਰਹੇ। ਫਿਰ ਕਹਿੰਦੇ ਤੀਸਰੇ ਦਿਨ ਕਹਿੰਦੇ ਤੀਸਰੇ ਤਸੀਹੇ ਕਹਿੰਦੇ ਤੀਜੇ ਦਿਨ ਕਹਿੰਦੇ ਮਹਾਰਾਜ ਜੀ ਨੂੰ ਫਿਰ ਤੱਤੀ ਤਵੀ ਨੂੰ ਕਹਿੰਦੇ ਤਪਾ ਕਰਕੇ ਮਹਾਰਾਜ ਨੂੰ ਕਿਹਾ ਗਿਆ ਕਿ ਤੁਸੀਂ ਤੱਤੀ ਤਵੀ ਤੇ ਬੈਠੋ। ਕਹਿੰਦੇ ਮਹਾਰਾਜ ਜੀ ਹੌਲੀ ਹੌਲੀ ਤਵੀ ਤੱਕ ਗਏ ਤੇ ਅਡੋਲ ਚੇਤੀ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ। ਸਤਿਗੁਰੂ ਜੀ ਮਹਾਰਾਜ ਨੇ ਕਹਿੰਦੇ ਉੱਥੇ ਬੈਠੇ ਤੇ ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਮਹਾਰਾਜ ਤੱਤੀ ਤਵੀ ਤੇ ਬੈਠ ਕਰਕੇ ਅਡੋਲ ਚੇਤੀ ਕਹਿੰਦੇ ਵਾਹਿਗੁਰੂ ਦਾ ਭਾਣਾ ਮੰਨਿਆ, ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮਾਗੈ।
ਉਹ ਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੋਈ। ਉਹ ਕਹਿੰਦੇ ਮੈਂ ਕੋਈ ਅਲਾਂਭਾ ਨਹੀਂ ਦਿੰਦਾ ਵਾਹਿਗੁਰੂ ਤੁਹਾਨੂੰ, ਜੋ ਤੁਸੀਂ ਕਰ ਰਹੇ ਹੋ ਮਿੱਠਾ ਕਰਕੇ ਅਸੀਂ ਮੰਨ ਰਹੇ ਹਾਂ। ਫਿਰ ਕਹਿੰਦੇ ਕਿ ਚੰਦੂ ਦੇ ਮਨ ਦੇ ਵਿੱਚ ਹਜੇ ਵੀ ਕਹਿੰਦੇ ਉਹਨਾਂ ਤੋਂ ਕਹਿੰਦੇ ਰੇਤੇ ਵਿੱਚ, ਜਦੋਂ ਰੇਤੇ ਤੇ ਮਹਾਰਾਜ ਬੈਠੇ ਸਨ ਉਸ ਵਕਤ ਕਹਿੰਦੇ ਚੰਦੂ ਵੀ ਆਇਆ ਸੀ ਤੇ ਕਹਿੰਦੇ ਕਿ ਹੁਣ ਵੀ ਤੁਸੀਂ ਸਾਖ ਤੁਸੀਂ ਮੰਨ ਲਵੋ, ਗੱਲਾਂ ਮੰਨ ਲਵੋ। ਮੇਰੇ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਤੁਹਾਡੀ ਕੋਈ ਗੱਲ ਨਹੀਂ ਮੰਨਣੀ। ਫਿਰ ਜਦੋਂ ਕਹਿੰਦੇ ਤਵਤੀ ਤਵੀ ਤੋਂ ਬਾਅਦ ਕਹਿੰਦੇ ਚੰਦੂ ਸੋਚਦਾ ਸੀ ਕਿ ਮੈਂ ਹੁਣ, ਸਤਿਗੁਰੂ ਜੀ ਨੇ ਗਊ ਦੇ ਕਹਿੰਦੇ ਖਲ ਦੇ ਵਿੱਚ ਲਪੇਟ ਕਰਕੇ ਕਹਿੰਦੇ ਗਰਮੀ ਦੇ ਵਿੱਚ ਬਿਠਾ ਦੇਵਾਂ, ਤੇ ਜਦੋਂ ਇਹ ਜਿਹੜੀ ਇਹ ਗਊ ਦੀ ਕਹਿੰਦੇ ਖਲ ਸੁਗੜੇਗੀ ਕਹਿੰਦੇ ਸੁਗੜ ਕੇ ਕਹਿੰਦੇ ਇਹ ਮਹਾਰਾਜ ਜੀ ਦੀ ਸ਼ਹੀਦੀ, ਆਪ ਸਤਿਗੁਰੂ ਜੀ ਕਹਿੰਦੇ ਸ਼ਹੀਦੀ ਪਾ ਜਾਣਗੇ। That Maharaj would wrap Sadhguru in a cow's leather, and when it would become little, the Sadhguru ji would become shaheed. ਮਹਾਰਾਜ ਜੀ ਚੁੱਪ ਰਹੇ। ਮਹਾਰਾਜ ਜੀ ਨੇ ਉਹ ਗੱਲ ਦਾ ਹੁੰਗਾਰਾ ਨਹੀਂ ਭਰਿਆ। ਫਿਰ ਉਹਨਾਂ ਨੇ ਮਹਾਰਾਜ ਜੀ ਦੀ ਇੱਛਾ ਪੁੱਛੀ ਕਿ ਤੁਹਾਡੀ ਕੋਈ ਇੱਛਾ ਹੈ? ਤੇ ਮਹਾਰਾਜ ਜੀ ਨੇ ਕਿਹਾ ਕਿ ਸਾਡੀ ਇੱਛਾ ਹੈ ਕਿ ਅਸੀਂ ਰਾਵੀ ਦੇ ਵਿੱਚ ਜਾ ਕੇ ਇਸ਼ਨਾਨ ਕਰੀਏ। ਜਦੋਂ ਕੋਈ ਕਹਿੰਦੇ ਹੱਥ ਦੇ ਵਿੱਚ ਕਹਿੰਦੇ ਕੋਈ ਛਾਲਾ ਹੋਵੇ, ਕੋਈ ਅੱਗ ਦੇ ਵਿੱਚ ਕੋਈ ਕਹਿੰਦੇ ਹੱਥ ਲੱਗ ਜਾਵੇ, ਤੇ ਜੇ ਅਸੀਂ ਆਪਣੇ ਹੱਥ ਨੂੰ ਠੰਡੇ ਪਾਣੀ 'ਚ ਪਾ ਦਈਏ ਕਹਿੰਦੇ ਹੋਰ ਕਹਿੰਦਾ ਸਾਡੇ ਕਹਿੰਦੇ ਅੰਦਰ ਕਹਿੰਦੇ ਮੋਰ ਪੇਨ, ਸਾਡੇ ਹੋਰ ਦਰਦ ਪੈਂਦੀ ਹੈ ਜਦੋਂ ਜੇ ਅਸੀਂ ਗਰਮ ਹੱਥ ਨੂੰ ਅਸੀਂ ਠੰਡੇ ਪਾਣੀ 'ਚ ਪਾ ਦਈਏ। ਤੇ ਉਹ ਸੋਚਦਾ ਸੀ ਕਿ ਮੈਂ ਹੁਣ ਜੇ ਤਾਂ ਕਹਿੰਦੇ ਇਹਨੂੰ ਸਤਿਗੁਰੂ ਦੇ ਤਸੀਹੇ ਹੀ ਦੇਣੇ ਨੇ, ਤੇ ਸਤਿਗੁਰੂ ਜੀ ਆਪ ਕਹਿੰਦੇ ਨੇ ਕਿ ਅਸੀਂ ਠੰਡੇ ਪਾਣੀ ਵਿੱਚ ਇਸ਼ਨਾਨ ਕਰਨਾ ਹੈ। ਕਹਿੰਦੇ ਇਹ ਵੀ ਇੱਕ ਤਸੀਹਾ ਹੀ ਹੈ। ਕਹਿੰਦੇ ਮਹਾਰਾਜ ਨੂੰ ਇਸ਼ਨਾਨ ਕਰਨ ਦੇ ਅਸੀਂ ਇਹ ਮਨਜ਼ੂਰੀ ਦੇ ਦਿੰਦੇ ਹਾਂ। ਸਿੱਖਾਂ ਨੇ, 5 ਸਿੰਘਾਂ ਨੇ ਕਹਿੰਦੇ ਭਾਈ ਲੰਗਾਹਾ ਜੀ ਤੇ ਭਾਈ ਪ੍ਰਾਣਾ ਜੀ ਮਹਾਰਾਜ ਜੀ ਨੂੰ ਫੜ ਕਰਕੇ ਰਾਵੀ ਤੱਕ, ਉਹ ਦਰਿਆ ਤੱਕ, ਕਿਉਂਕਿ 5 ਦਰਿਆਵਾਂ ਨੇ ਪੰਜਾਬ ਦੇ, ਰਾਵੀ ਦਰਿਆ ਤੱਕ ਮਹਾਰਾਜ ਜੀ ਨੂੰ ਲੈ ਕੇ ਗਏ। ਰਾਵੀ ਦਰਿਆ ਤੋਂ ਪਹਿਲਾਂ ਮੇਰੇ ਸਤਿਗੁਰੂ ਜੀ ਨੇ ਪਹਿਲਾਂ ਕਹਿੰਦੇ ਇਸ਼ਨਾਨ ਕੀਤਾ। ਮੇਰੇ ਮਹਾਰਾਜ ਜੀ ਨੇ ਭਾਈ ਲੰਗਾਹਾ ਜੀ ਜਿਹੜੇ ਸਨ, ਸਤਿਗੁਰੂ ਜੀ ਜਿਹੜੇ ਪੈਰਾਂ ਤੇ ਛਾਲੇ ਪਏ ਸਨ, ਉਹਨਾਂ ਨੂੰ ਮਹਾਰਾਜ ਜੀ ਦੇ ਚਰਨਾਂ ਨੂੰ ਵੀ ਭਾਈ ਲੰਗਾਹਾ ਜੀ ਨੇ ਧੋਤੇ, ਸਾਫ਼ ਕੀਤੇ। ਤੇ 5 ਸਿੱਖਾਂ ਨੇ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ। ਫਿਰ ਮਹਾਰਾਜ ਜੀ ਬਸਤਰ ਪਹਿਨ ਕੇ ਉਸ ਰਾਵੀ ਦੇ ਕੰਢੇ ਤੇ ਬੈਠੇ। ਮੇਰੇ ਸਤਿਗੁਰੂ ਜੀ ਨੇ ਫਿਰ ਕਹਿੰਦੇ ਪਹਿਲਾਂ ਕਹਿੰਦੇ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਪਹਿਲਾਂ ਇਸ਼ਨਾਨ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਵੱਡਾ ਹੰਸ ਦੀ ਵਾਰ ਤੇ ਮਾਰੂ ਡਖਣੇ ਦੀ ਬਾਣੀ ਪੜ੍ਹੀ। ਫਿਰ ਇਸ਼ਨਾਨ ਕਰਕੇ ਫਿਰ ਬੈਠੇ, ਫਿਰ ਜਪਜੀ ਦਾ ਪਾਠ ਕੀਤਾ। ਕਹਿੰਦੇ ਉਸ ਵਕਤ ਫਿਰ ਮਹਾਰਾਜ ਜੀ ਕਹਿੰਦੇ ਹੁਣ ਜਪਜੀ ਸਾਹਿਬ ਦਾ ਪਾਠ ਕਰਕੇ ਅਸੀਂ ਲੇਟ ਜਾਣਾ ਹੈ। ਮਹਾਰਾਜ ਜੀ ਨੇ ਫਿਰ ਆਪ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਲੇਟ ਕੇ ਮਹਾਰਾਜ ਜੀ ਦੇ ਲਾਈ ਡਾਊਨ, ਤੇ ਮਹਾਰਾਜ ਜੀ ਨੇ ਇੱਕ ਚਿੱਟੀ ਚਾਦਰ ਆਪਣੇ ਉੱਪਰ ਲਈ, ਤੇ ਫਿਰ ਮਹਾਰਾਜ ਜੀ ਨੇ ਆਪ ਆਪਣੇ ਸਵਾਸ ਛੱਡ ਦਿੱਤੇ। ਮੇਰੇ ਸਤਿਗੁਰੂ ਜੀ ਸ਼ਹੀਦ ਹੋ ਗਏ। ਫਿਰ ਮੇਰੇ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨੇ ਕਿਹਾ ਸੀ ਪਹਿਲਾਂ ਕਿ ਸਾਡਾ ਸੰਸਕਾਰ ਨਹੀਂ ਕਰਨਾ, ਅਸੀਂ ਪਹਿਲਾਂ ਹੀ ਅੱਗ ਦੀ ਇਹਨੇ ਤਪਾ ਚੁੱਕੇ ਹਾਂ, ਸਾਡਾ ਸਰੀਰ ਤਪ ਗਿਆ ਹੈ, ਅਸੀਂ ਹੋਰ ਕਹਿੰਦੇ ਅਸੀਂ ਅੱਗ ਦੇ ਵਿੱਚ ਨਹੀਂ ਤਪਣਾ, ਸਾਨੂੰ ਕਹਿੰਦੇ ਰਾਵੀ ਦੇ ਦਰਿਆ ਦੇ ਵਿੱਚ ਹੀ ਸਾਨੂੰ ਰੱਖ ਦੇਣਾ। ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਨਾ, ਜਪਜੀ ਸਾਹਿਬ ਦਾ ਪਾਠ ਕਰਕੇ ਸਾਨੂੰ ਜਿੱਥੇ ਜਪਜੀ ਸਾਹਿਬ ਦੀ ਸਮਾਪਤੀ ਹੋ ਜਾਵੇਗੀ ਦਰਿਆ ਦੇ ਵਿੱਚ, ਉੱਥੇ ਹੀ ਸਾਨੂੰ ਛੱਡ ਦੇਣਾ। ਇਸੇ ਤਰ੍ਹਾਂ 5 ਸਿੱਖਾਂ ਨੇ ਮਹਾਰਾਜ ਜੀ ਦਾ ਪਹਿਲਾ ਇਸ਼ਨਾਨ ਕਰਵਾਇਆ, ਬਸਤਰ ਪਹਿਨਾਏ, ਜਪਜੀ ਸਾਹਿਬ ਦਾ ਪਾਠ ਕਰਦੇ ਜਾ ਰਹੇ ਸਨ। ਤੇ ਉੱਥੇ ਜਿੱਥੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ, ਉੱਥੇ ਜਾ ਕਰਕੇ ਮਹਾਰਾਜ ਜੀ ਨੂੰ ਕਹਿੰਦੇ ਜਲ ਦੇ ਵਿੱਚ ਰੱਖ ਦਿੱਤਾ ਗਿਆ। ਮਹਾਰਾਜ ਜੀ ਦਾ ਭਾਵਨ ਪਵਿੱਤਰ ਜੋ ਸਰੀਰ ਸੀ ਉਸ ਨੂੰ ਰੱਖ ਦਿੱਤਾ ਗਿਆ। ਤੇ ਕਹਿੰਦੇ ਜਿਹੜਾ ਜਲ ਦੇਵਤਾ ਹੈ, ਉਸ ਜਲ ਦੇਵਤੇ ਨੇ ਫਿਰ ਸਤਿਗੁਰੂ ਜੀ ਮਹਾਰਾਜ ਕਹਿੰਦੇ ਇੱਥੇ ਤੱਕ ਵੀ ਗੁਰੂ ਬਿਲਾਸ ਜੀ ਲਿਖਿਆ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ ਤੇ ਧੰਨ ਗੁਰੂ ਰਾਮਦਾਸ ਜੀ ਆਪ ਧੰਨ ਗੁਰੂ ਅਰਜਨ ਦੇਵ ਨੂੰ ਲੈਣ ਵਾਸਤੇ ਆਏ। ਤੇ ਮੇਰੇ ਸਤਿਗੁਰੂ ਜੀ ਸੱਚਖੰਡ ਨੂੰ ਚਲੇ। ਗੁਰ ਅਰਜਨ ਵਿਟਹੁ ਕੁਰਬਾਨੀ, ਅਸੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਕਦੇ ਦੇ ਨਹੀਂ ਸਕਦੇ। ਇਸੇ ਦੀਨ ਦੁਨੀ ਦੇ ਮਾਲਿਕ ਕਿਸੇ ਕਾਰਨ ਕਰਕੇ, ਜੇ ਵੇਖੀਏ ਕਿ ਕਾਰਨ ਕੀ ਸਨ, ਕਾਰਨਾਂ ਤਾਂ ਚਲੋ ਕੋਈ ਨਹੀਂ ਸੀ ਬਣਦਾ, ਪਰ ਇਹਨਾਂ ਨੇ ਆਪ ਜਿਹੜੀ
हुकूमत ने बना करके सतगुरु जी महाराज ਨੂੰ ਸ਼ਹੀਦ ਕਰਵਾ ਦਿੱਤਾ। पर ਇਹ ਸਾਡੇ ਵਾਸਤੇ, ਸਿੱਖਾਂ ਵਾਸਤੇ, ਹਰ ਇੱਕ ਇਸ ਜੋ ਇੱਥੇ ਅਸੀਂ ਬੈਠੇ ਹਾਂ, ਸਾਡੇ ਵਾਸਤੇ ਸਤਿਗੁਰੂ ਜੀ ਮਹਾਰਾਜ ਨੇ ਸ਼ਹੀਦੀ ਦਿੱਤੀ ਹੈ ਕਿ ਅਸੀਂ ਸੁਖੀ ਵਸ ਸਕੀਏ, ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹ ਸਕੀਏ। ਕਿਉਂਕਿ ਮਹਾਰਾਜ ਜੀ ਨੇ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਹੈ। ਗੁਰੂ ਅਰਜਨ ਦੇਵ ਜੀ ਨੇ ਫਿਰ ਪੂਰਨੇ ਪਾਏ ਸ਼ਹੀਦਾਂ ਦੇ ਸਰਤਾਜ ਕਹਿਲਾਏ। ਫਿਰ ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਬਣ ਕਰਕੇ ਸ਼ਸਤਰ ਪਹਿਨਣਗੇ। ਚੰਦੂ ਨੂੰ ਪਹਿਲਾਂ ਇਹ ਬਚਨ ਹੋ ਚੁੱਕੇ ਸਨ ਕਿ ਚੰਦੂ ਦੇ ਨੱਕ ਵਿੱਚ ਨਕੇਲ ਪਾ ਕਰਕੇ ਕੁੱਤਾ ਇਹਦੇ ਵਿੱਚ ਬਿਠਾ ਕਰਕੇ ਇਹਨਾਂ ਦੀ ਮੌਤ ਇਸ ਤਰ੍ਹਾਂ ਹੋਵੇਗੀ। ਕਿ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਚੰਦੂ ਨੂੰ ਕੁੱਤਿਆਂ ਵਰ ਕੇ ਉਹਨਾਂ ਨੂੰ ਕੁੱਤੇ ਬਣਾ ਕਰਕੇ ਉਸ ਦੀ ਜਿਹੜੀ ਮੌਤ ਹੋਈ ਹੈ। ਕਹਿੰਦੇ ਉਹ ਇਸ ਇੱਕ ਗੱਲ ਹੋਰ ਵੀ ਸੀ, ਕਹਿੰਦੇ ਚੰਦੂ ਦੇ ਘਰ ਇੱਕ ਨੌਂ ਸੀ ਜੋ ਸਿੱਖੀ ਸੇਵਕੀ ਸੀ, ਗੁਰੂ ਘਰ ਨੂੰ ਮੰਨਣ ਵਾਲੀ ਸੀ। ਜਦੋਂ ਸਤਿਗੁਰੂ ਜੀ ਮਹਾਰਾਜ ਸੀਏ ਸਹਿ ਰਹੇ ਸਨ ਤੇ ਉਸ ਵਕਤ ਉਹ ਬੀਬਾ ਆਈ, ਗੁਰੂ ਮਹਾਰਾਜ ਨੂੰ ਮਿਲੇ ਤੇ ਉਹਨਾਂ ਨੂੰ ਠੰਡਾ ਪਾਣੀ ਮਹਾਰਾਜ ਨੂੰ ਦੇਣ ਵਾਸਤੇ ਆਏ ਕਿ ਜੇਠ ਦਾ ਮਹੀਨਾ ਸੀ। ਮਹਾਰਾਜ ਜੀ ਕਹਿੰਦੇ ਕਿ ਅਸੀਂ ਚੰਦੂ ਦੇ ਘਰ ਦਾ ਇੱਕ ਪਾਣੀ ਤੱਕ ਨਹੀਂ ਪੀਣਾ, ਕਹਿੰਦੇ ਬੂੰਦ ਤੱਕ ਨਹੀਂ ਪੀਣਾ। ਮਹਾਰਾਜ ਜੀ ਕਹਿੰਦੇ ਅਸੀਂ ਕੁਛ ਨਹੀਂ ਪੀਣਾ, ਅਸੀਂ ਕੁਛ ਛਕਣਾ ਨਹੀਂ ਤੇ ਨਾ ਕੁਛ ਪੀਣਾ, ਚੰਦੂ ਦੇ ਘਰੋਂ ਤੁਸੀਂ ਇਹ ਲੈ ਜਾਓ। ਪਰ ਉਹ ਬੀਬਾ ਨੇ ਕਿਹਾ ਕਿ ਹੇ ਸਤਿਗੁਰੂ ਜੀ, ਮੈਂ ਇਸ ਪਾਪੀ ਦੇ ਘਰ ਕਿਵੇਂ ਵਿਆਹ ਕੇ ਆਈ ਹਾਂ? ਇਹ ਪਾਪੀ ਹੈ, ਇਹ ਦੁਸ਼ਟ ਹੈ। ਕਹਿੰਦੀ ਮੇਰਾ ਮਨ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਹੀ ਮੈਂ ਆਪਣਾ ਸਰੀਰ ਛੱਡ ਦੇਵਾਂ। ਫਿਰ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਹੀ ਹੋਵੇਗਾ, ਜਦੋਂ ਮੈਂ ਆਪਣਾ ਸਰੀਰ ਛੱਡ ਦੇਵਾਂਗਾ ਤੁਸੀਂ ਵੀ ਉਸ ਵਕਤ ਆਪਣਾ ਸਰੀਰ ਛੱਡ ਦੇਵੋਗੇ ਤੇ ਅਸੀਂ ਇਕੱਠੇ ਹੀ ਤੁਹਾਨੂੰ ਸਤਿਗੁਰੂ ਜੀ ਕਹਿੰਦੇ ਮੈਂ ਆਪ ਤੁਹਾਨੂੰ ਸੱਚਖੰਡ ਲੈ ਕੇ ਜਾਵਾਂਗਾ। ਦੇਖੇ ਉਹ ਇੱਕ ਪਾਸੇ ਚੰਦੂ ਹੈ ਪਰ ਇੱਕ ਪਾਸੇ ਓਨਲੀ ਨੋ ਹੈ। ਨੋ ਨੂੰ ਕਹਿੰਦੇ ਜਦੋਂ ਇਹ ਚੰਦੂ ਦੇਖਿਆ ਕਿ ਪਹਿਲਾਂ ਮਹਾਰਾਜ ਜੀ ਲੇਟੇ ਸਨ ਜਦੋਂ ਚਿੱਟੀ ਚਾਦਰ ਲੈ ਕੇ, ਫਿਰ ਚੰਦੂ ਆ ਗਿਆ ਸੀ ਤੇ ਚੰਦੂ ਕਹਿੰਦਾ ਸੀ ਕਿ ਇਹ ਕੌਣ? ਕਹਿੰਦੇ ਕੌਣ ਹੈ? ਕਹਿੰਦੇ ਗੁਰੂ ਸਾਹਿਬ। ਕਹਿੰਦੇ ਗੁਰੂ ਸਾਹਿਬ ਨੇ ਕਹਿੰਦੇ ਹੁਣ ਕੀ ਕਰ ਰਹੇ ਨੇ ਲੇਟ ਕੇ? ਕਹਿੰਦੇ ਗੁਰੂ ਸਾਹਿਬ ਹੁਣ ਸ਼ਹੀਦ ਹੀ ਹੋ ਕੇ ਹੁਣ ਵੀ ਬਖਸ਼ ਤੂੰ ਗੁਰੂ ਸਾਹਿਬ ਨੂੰ। ਇਹ ਘਰੇ ਗਿਆ, ਘਰੇ ਜਾ ਕੇ ਦੇਖਦਾ ਕਿ ਉਹਨਾਂ ਦੀ ਨੋ ਨੇ ਆਪਣਾ ਉਹ ਵੀ ਉੱਥੇ ਉਹਨਾਂ ਨੇ ਵੀ ਆਪਣਾ ਸਰੀਰ ਛੱਡ ਦਿੱਤਾ ਹੈ। ਤੇ ਉਸ ਵਕਤ ਕਹਿੰਦੇ ਚੰਦੂ ਕਹਿੰਦੇ ਦੇਖੋ ਕਿ ਚੰਦੂ ਦੇ ਘਰ ਭਾਵੇਂ ਚੰਦੂ ਦੁਸ਼ਟ ਸੀ ਪਰ ਫਿਰ ਵੀ ਸਤਿਗੁਰੂ ਜੀ ਮਹਾਰਾਜ ਜੀ ਨੇ ਹੋਰਾਂ ਨੂੰ ਵੀ ਨਾਲ ਲੈ ਕੇ ਗਏ, ਭਾਵੇਂ ਜਿਸ ਤਰ੍ਹਾਂ ਵੀ ਮਹਾਰਾਜ ਜੀ ਨਾਲ ਹੋਇਆ। ਕਿਉਂਕਿ ਸਤਿਗੁਰੂ ਜੀ ਮਹਾਰਾਜ ਸਾਰਿਆਂ ਦੇ ਬਿਰਦ ਰੱਖਦੇ ਹਨ। ਤੇ ਫਿਰ ਇਹ ਵੀ ਪਤਾ ਹੋਇਆ ਕਿ ਚੰਦੂ ਜਿਹੜਾ ਹੈ ਉਹ ਨਰਕਾਂ ਦੇ ਵਿੱਚ ਨਰਕ ਹੀ ਭੋਗੇਗਾ, ਕਦੇ ਉਹਦੀ ਬੰਦ ਖਲਾਸੀ ਨਹੀਂ ਹੋਵੇਗੀ। ਜਦ ਤੱਕ ਕਲਯੁਗ ਵਰਤੇਗਾ ਉਦੋਂ ਤੱਕ ਚੰਦੂ ਜਿਹੜਾ ਹੈ ਇਹ ਜੁਨਾਂ ਦੇ ਵਿੱਚ ਹੀ, ਨਰਕਾਂ ਦੇ ਵਿੱਚ ਹੀ ਉਹ ਇਸ ਤਰ੍ਹਾਂ ਹੀ ਭਟਕੇਗਾ। ਤੇ ਫਿਰ ਕਿਹਾ ਇਸ ਤਰ੍ਹਾਂ ਵੀ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਜਹਾਂਗੀਰ ਹੈ ਕਹਿੰਦੇ ਇੱਥੇ ਅਸੀਂ ਉੱਥੇ ਜਾ ਕੇ ਉਹਨਾਂ ਨਾਲ ਨਿਬੇੜਾ ਕਰਾਂਗੇ। ਤੇ ਜਿਸ ਤਰ੍ਹਾਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜ਼ਫਰਨਾਮਾ ਲਿਖ ਕਰਕੇ ਔਰੰਗਜ਼ੇਬ ਨੂੰ ਉਹਨਾਂ ਦੀ ਮੌਤ ਹੋਈ ਹੈ, ਇਹ ਸਾਰਾ ਹੀ ਮਹਾਰਾਜ ਦੇ ਕੋਤਕ ਸਾਡੇ ਸਤਿਗੁਰੂ ਜੀ ਨੇ ਕੀਤੇ। ਸੋ ਸਤਿਗੁਰੂ ਜੀ ਮਹਾਰਾਜ ਸ਼ਹੀਦੀ ਦਾ ਦਿਹਾੜਾ ਜੇਠ ਸੁਦੀ ਚੌਥ ਨੂੰ ਮੇਰੇ ਮਹਾਰਾਜ ਜੀ ਨੇ ਸ਼ਹੀਦੀ ਪਾਈ ਹੈ। ਸਤਿਗੁਰੂ ਜੀ ਮਹਾਰਾਜ ਸਾਨੂੰ ਕਿਣਕਾ ਮਾਤਰ ਇਸ ਸ਼ਹੀਦੀ ਦੀ ਸਾਡੇ ਮਨ ਦੇ ਵਿੱਚ ਅਸੀਂ ਇਸ ਸ਼ਹੀਦੀ ਨੂੰ ਜਿਸ ਤਰ੍ਹਾਂ 84 ਦਾ ਵੀ ਕਾਂਡ, ਜਿਸ ਤਰ੍ਹਾਂ 84 ਦੇ ਵਿੱਚ ਵੀ ਉਸ ਦਿਨ ਜਦੋਂ ਸਤਿਗੁਰੂ ਮਹਾਰਾਜ ਸ਼ਹੀਦੀ ਦਿਹਾੜਾ ਸੀ, ਉਸ ਵਕਤ ਤੇ ਉਸ ਜ਼ਾਲਮ ਸਰਕਾਰ ਨੇ ਗੁਰੂ ਸਿੱਖਾਂ ਤੇ ਇਹ ਤਸੀਹੇ ਦਿੱਤੇ, ਹਰਿਮੰਦਰ ਸਾਹਿਬ ਢਾਇਆ। ਪਰ ਹਜੇ ਵੀ ਅਸੀਂ ਉਸ ਵਾਹਿਗੁਰੂ ਦੇ ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਜਿਸ ਤਰ੍ਹਾਂ ਮਹਾਰਾਜ ਜੀ ਨੇ ਸਾਨੂੰ ਇਹ ਕੌਮ ਜਿਹੜੀ ਹੈ ਇਸ ਸਿੱਖ ਕੌਮ ਨੂੰ ਖਾਸ ਬਣਾਏ ਹਨ, ਸ਼ਸਤਰਧਾਰੀ ਬਣਾਏ ਹਨ, ਅਸੀਂ ਆਪਣੇ ਹੱਕ ਲੈ ਸਕੀਏ। ਤੇ ਸਤਿਗੁਰੂ ਜੀ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜੇ ਦੇ ਉੱਤੇ ਅਸੀਂ ਆਪਣੇ ਸਿੱਖੀ ਨੂੰ ਕਮਾ ਸਕੀਏ। ਅਸੀਂ ਵੀ ਜਿਸ ਤਰ੍ਹਾਂ ਮਹਾਰਾਜ ਨੇ ਜਪਜੀ ਸਾਹਿਬ ਦੇ ਪਾਠ ਕੀਤੇ, ਸੁਖਮਨੀ ਸਾਹਿਬ ਦੇ ਪਾਠ ਕੀਤੇ, ਅਸੀਂ ਵੀ ਬਾਅਦ ਆਪਣੇ ਨਿਤਨੇਮ ਦੇ ਵਿੱਚ ਆਪਣੇ ਦਿਨ ਦੇ ਵਿੱਚ ਅਸੀਂ ਵੱਧ ਤੋਂ ਵੱਧ ਪਾਠ ਕਰੀਏ। ਪਾਠ ਦੇ ਨਾਲ ਹੀ, ਗੁਰਬਾਣੀ ਦੇ ਨਾਲ ਹੀ ਅਸੀਂ ਇਸ ਤਰ੍ਹਾਂ ਬਣ ਸਕਦੇ ਹਾਂ। ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਗੁਰਸਿੱਖੀ ਦੀ ਲਾਗ ਲੱਗ ਸਕਦੀ ਹੈ। ਸੋ ਅਸੀਂ ਵੀ ਕਿਣਕਾ ਮਾਤਰ ਉਹ ਸਤਿਗੁਰੂ ਜੀ ਦੇ ਬਚਨਾਂ ਤੇ ਅਸੀਂ ਚੱਲ ਸਕੀਏ।
ਸੋ ਸਤਿਗੁਰੂ ਜੀ ਮਹਾਰਾਜ ਜੀ ਦੇ ਇਤਿਹਾਸ ਨੂੰ ਦੁਹਰਾਉਂਦੇ ਹੋਏ, ਯਾਦ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ ਨੇ। ਲੇਖਾ ਕਦੇ ਨਾ ਛੁਟੀਏ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ, ਅਨਕ ਪਾਰ ਉਤਾਰ, ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਸਮਾਂ ਉੱਤੇ ਹੋ ਚੁੱਕਿਆ ਹੈ, ਮਾਫ ਕਰਨਾ ਜੀ, ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।